लुधियाना और जालंधर की फैक्ट्रियों के केमिकल और सीवरेज के सतलुज दरिया में फेंके जा रहे जहरीले पानी की वजह से फाजिलका जिले के अनेक गांव प्रभावित हो रहे हैं। जहां बच्चे अपाहिज पैदा हो रहे हैं, वहीं कैंसर के मरीज भी दिन ब दिन बढ़ते जा रहे हैं। भगवंत सिंह मान ने सांसद रहते हुए फाजिलका के गांव तेजा का दौरा कर तब टेस्ट वगैरह करवाए थे। अब जब भगवंत सिंह मान राज्य के मुख्यमंत्री बन चुके हैं तो उन्हें इस मामले का हल करने के लिए तुरंत कदम उठाने की सख्त जरूरत है। इसी समस्या से ग्रस्त अबोहर के गांव धरांगवाला का भाई कन्हैया कैंसर रोको सेवा सोसाइटी फरीदकोट के संस्थापक और कन्वीनर नरोआ पंजाब गुरप्रीत सिंह चंद बाजा, फिल्मी अदाकार लखा सिधाना, डायरेक्टर अमरजोत मान और दीपक शर्मा चनार्थल ने दौरा किया और गांव वासियों से हल के लिए चर्चा की। उन्होंने गंभीर चिंता जताते हुए कहा कि जहां इसके लिए गांव वासियों को अपनी ओर से पहल करनी चाहिए, वहीं पंजाब की मान सरकार को भी इस पर तुरंत कदम उठाना चाहिए। यहां गांव वासियों ने बताया कि इस गांव में करीब 40 से अधिक बच्चे अपाहिज हैं, जबकि पिछले वर्ष 2021 में कैंसर से करीब 1 दर्जन लोगों की मौत हो गई थी। इतना ही नहीं, गांव में जहां फसलें प्रभावित हो रही हैं, वहीं पशु पक्षी भी इससे प्रभावित हो रहे हैं। उन्होंने इसका मुख्य कारण नहरों में आने वाले केमिकल युक्त पानी को ही बताया है। पिंड दे विच इत्थे तकरीबन 40 ਦੇ ਕਰੀਬ ਮੰਦਬੁੱਧੀ ਬੱਚੇ ਨੇ ਜਿਹੜੇ ਦਿਮਾਗੀ ਤੌਰ ਤੇ ਅਪਾਹਜ ਨੇ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਸ ਪਿੰਡ ਜਾਂ ਇਸ ਏਰੀਏ 'ਚ। ਇਹਦਾ ਕਾਰਨ ਕੀ? ਇਹਦਾ ਕਾਰਨ ਇਹੀ ਹੈ ਕਿ ਜਿਹੜਾ ਸਤਲੁਜ ਦਰਿਆ ਦੇ ਵਿੱਚ ਬੁੱਢਾ ਦਰਿਆ ਪੈਂਦਾ, ਨਾਲਾ ਬਣ ਗਿਆ ਹੁਣ ਤਾਂ, ਉਹਦਾ ਜ਼ਹਿਰੀਲਾ ਪਾਣੀ ਫੈਕਟਰੀਆਂ ਦਾ, ਕਾਰਖਾਨਿਆਂ ਦਾ, ਉਹ ਹਰੀਕੇ ਪੱਤਣ ਤੋਂ ਨਹਿਰਾਂ ਬਣ ਕੇ ਇੱਥੋਂ ਤੱਕ ਪਹੁੰਚਦਾ ਹੈ। ਧਰਤੀ ਹੇਠਲਾ ਪਾਣੀ ਇਹਨਾਂ ਦਾ ਪੀਣ ਯੋਗ ਨਹੀਂ, ਨਹਿਰਾਂ ਦਾ ਪਾਣੀ ਜ਼ਹਿਰੀਲਾ ਹੈ, ਜਿਹਦੇ ਕਰਕੇ ਇਹਨਾਂ ਲੋਕਾਂ ਨੂੰ ਇਹ ਭਿਆਨਕ ਬਿਮਾਰੀਆਂ ਨੇ ਘੇਰ ਲਿਆ। ਤੇ ਅਸੀਂ ਪੰਜਾਬ ਸਰਕਾਰ ਕੋਲੇ ਅਪੀਲ ਕਰਦੇ ਹਾਂ, ਬੜੇ ਲੰਮੇ ਸਮੇਂ ਤੋਂ ਮੰਗ ਉੱਠ ਰਹੀ ਹੈ ਕਿ ਜਿੰਨੇ ਸਾਡੇ ਦਰਿਆ ਨੇ, ਸਾਡੀਆਂ ਨਹਿਰਾਂ ਨੇ, ਉਹਨਾਂ ਦੇ ਵਿੱਚ ਜਿੰਨਾ ਵੀ ਜ਼ਹਿਰੀਲਾ ਪਾਣੀ ਪੈ ਰਿਹਾ, ਚਾਹੇ ਫੈਕਟਰੀਆਂ ਦਾ ਹੋਵੇ, ਚਾਹੇ ਆਪਣਾ ਸੀਵਰੇਜ ਦਾ ਹੋਵੇ, ਉਹ ਬੰਦ ਕੀਤਾ ਜਾਵੇ ਤੇ ਲੋਕਾਂ ਨੂੰ ਜਿਹੜਾ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਇਆ ਜਾਵੇ, ਸਾਫ਼ ਤੇ ਸ਼ੁੱਧ ਪਾਣੀ ਪੀਣ ਨੂੰ ਦਿੱਤਾ ਜਾਵੇ। ਭੈਣੋ ਮਤਾਓ ਵੀਰੋ, ਸਾਰਿਆਂ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਸਾਡੇ ਵੀਰ ਅਮਰਜੋਤ ਸਿੰਘ ਜੀ ਮਾਨ, ਬਹੁਤੇ ਵੀਰ ਜਾਣਦੇ ਹੋਣਗੇ, ਨਹੀਂ ਜਾਣਦੇ ਹੋਣਗੇ ਤੇ ਇਹਨਾਂ ਦੇ ਬਾਪ ਨੂੰ ਜਾਣਦੇ ਹੋਣਗੇ, ਸਰਦਾਰ ਬਾਊ ਸਿੰਘ ਮਾਨ ਮਰਾੜਾ ਵਾਲੇ, ਜਿਨ੍ਹਾਂ ਦੇ ਆਮ ਹੀ ਤੁਸੀਂ ਗੀਤ ਸੁਣੇ ਹੋਣੇ ਆ। ਉਹਨਾਂ ਦੇ ਬੇਟੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਵੀਰ ਦੀਪਕ ਸ਼ਰਮਾ ਜੀ ਚਨਾਰਥਲ ਚੰਡੀਗੜ੍ਹ ਤੋਂ ਆਏ ਹੋਏ ਨੇ। ਮੇਰੇ ਨਾਲ ਵੀਰ ਅਵਤਾਰ ਸਿੰਘ ਜੀ ਟੇਣਾ, ਇਹ ਵੀ ਵਿਦੇਸ਼ ਤੋਂ ਆਏ ਹੋਏ ਨੇ। ਉਦਮ ਸਿੰਘ ਜੀ ਔਲਖ, ਜਿਹੜੇ ਆੜਤੀ ਐਸੋਸੀਏਸ਼ਨ ਕੋਟਪੂਰਾ ਦੇ ਪ੍ਰਧਾਨ ਨੇ। ਸਰਦਾਰ ਸੁਖਵਿੰਦਰ ਸਿੰਘ ਜੀ, ਜਿਹੜੇ ਇੰਡਸਟਰੀਅਲ ਨੇ। ਤੇ ਬਾਬਾ ਜੀ ਦਾ ਨਾਮ ਮੈਂ ਜਾਣਦਾ ਨਹੀਂ, ਪਰ ਇਹ ਚੰਡੀਗੜ੍ਹ ਦੇ ਹਰ ਕਿਸਾਨੀ ਮੋਰਚਾ ਹੋਵੇ, ਭਾਵੇਂ ਜਿਹੜੇ ਆਪਣੀ ਇਤਿਹਾਸ ਨਾਲ ਤਰੋੜ ਮੋੜ ਕੀਤੀ ਗਈ ਆ, ਉਸ ਮੋਰਚੇ 'ਚ ਅਹਿਮ ਭੂਮਿਕਾ ਨਿਭਾਉਂਦੇ ਨੇ। ਸਾਰਿਆਂ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਹਾਂ ਵੀ ਆਪਾਂ ਸਾਰੇ ਗੁਰਬਾਣੀ ਪੜ੍ਹ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ 552 ਸਾਲ ਦੇ ਲਗਭਗ ਸਾਨੂੰ ਜੋ ਸ਼ਬਦ ਦਿੱਤੇ ਸੀ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਅਸੀਂ ਪੜ੍ਹੀ ਬਾਣੀ, ਪਰ ਬਾਣੀ ਨੂੰ ਆਪਦੇ ਹਿਰਦੇ 'ਚ ਨਹੀਂ ਵਸਾਇਆ, ਜਿਸ ਦੀ ਵਜ੍ਹਾ ਕਰਕੇ ਅਸੀਂ ਅੱਜ ਪੰਜਾਬ ਦੀ ਜਿਹੜੀ ਧਰਤੀ ਆ, ਇਹ ਸੂਰਬੀਰ ਯੋਧਿਆਂ ਦੀ ਧਰਤੀ ਸੀਗੀ ਤੇ ਅੱਜ ਇਹ ਬਿਮਾਰਾਂ ਦੀ ਧਰਤੀ ਬਣ ਗਿਆ। ਇਕੱਲਾ ਮਨੁੱਖ ਹੀ ਨਹੀਂ, ਅਸੀਂ ਅਖੌਤੀ ਵਿਕਾਸ ਨਾਲ ਪੈਸੇ ਦੀ ਦੌੜ ਦੇ ਵਿੱਚ ਪਸ਼ੂਆਂ ਨੂੰ ਵੀ ਪ੍ਰਭਾਵਿਤ ਕੀਤਾ, ਜਾਨਵਰਾਂ ਨੂੰ ਵੀ ਕੀਤਾ, ਪੰਛੀਆਂ ਨੂੰ ਵੀ ਕੀਤਾ ਤੇ ਪਾਣੀ 'ਚ ਰਹਿਣ ਵਾਲੇ ਜੀਵ ਵੀ ਅਸੀਂ ਨਹੀਂ ਬਖਸ਼ੇ। ਅੱਜ ਤੁਸੀਂ ਕਿਸੇ ਵੀ ਹਸਪਤਾਲ ਚਲੇ ਜਾਓ, ਭਿਆਨਕ ਬਿਮਾਰੀਆਂ ਨਾਲ ਭਰੇ ਪਏ ਆ। ਕੈਂਸਰ ਇੱਕ ਨਾਮਰਾਦ ਬਿਮਾਰੀ ਅੱਗੇ ਅੱਜ ਤੋਂ ਕੁਛ, ਜਦੋਂ ਅਸੀਂ ਸਾਡੀ ਸੰਸਥਾ ਜਿਹੜੀ ਭਾਈ ਕਨ੍ਹਈਆ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ, ਅਸੀਂ 2007 'ਚ ਕੰਮ ਕਰਨ ਲੱਗੇ। ਜਦੋਂ ਕਿਸੇ ਕੋਲੇ ਜਾਣਾ, ਬਾਈ ਜੀ ਆਪਾਂ ਇਹਨਾਂ ਮਰੀਜ਼ਾਂ ਦੇ ਮੁਫਤ ਇਲਾਜ ਦੀ ਗੱਲ ਕਰਨੀ ਹੈ, ਸਰਕਾਰ ਨਾਲ ਸਾਡਾ ਸਾਥ ਦਿਓ, ਤੇ ਲੋਕ ਕੈਂਸਰ ਦਾ ਨਾਂ ਲੈਣ ਤੋਂ ਡਰਦੇ ਸੀ ਵੀ ਛੂਤ ਦੀ ਬਿਮਾਰੀ ਹੈ, ਜੇ ਕਿਤੇ ਮੈਂ ਕੈਂਸਰ ਕਹਿ ਬੈਠਾ ਜਾਂਦਾ ਨਾ ਖੜ ਗਿਆ, ਕਿਤੇ ਮੇਰੇ ਪਰਿਵਾਰ ਨੂੰ ਨਾ ਹੋ ਜੇ। ਉਸ ਸਮੇਂ ਅਸੀਂ ਰੌਲਾ ਪਾਇਆ, ਫਰੀਦਕੋਟ ਹਸਪਤਾਲ ਲੈ ਕੇ ਆਂਦਾ ਗੁਰੂ ਗੋਬਿੰਦ ਸਿੰਘ ਮੈਡੀਕਲ 'ਚ। 2008 ਦੇ ਲਾਸਟ 9 ਦੀ ਸਟਾਰਟਿੰਗ ਦੀ ਗੱਲ ਆ। ਉਦੋਂ ਪੰਜਾਬ 'ਚ ਵੀਰੋ ਸਿਰਫ PGI
ਤੇ ਫਰੀਦਕੋਟ ਹਸਪਤਾਲ ਸੀ। ਲੋਕ ਬੀਕਾਨੇਰ ਤੇ ਦਿੱਲੀ ਜਾਂਦੇ ਸੀਗੇ ਤੇ ਮਰੀਜ਼ 2008-9 ਚ ਪਤਾ ਕਿੰਨੇ ਆਉਂਦੇ ਸੀ? ਸਿਰਫ 30-35 ਤੇ ਹਸਪਤਾਲ ਗਿਣਤੀ ਦੇ ਪੰਜਾਬ 'ਚ 2 ਹੀ ਸੀ, ਸਮਝੋ ਪੀਜੀਆਈ ਤੇ ਫਰੀਦਕੋਟ। ਅੱਜ ਤਕਰੀਬਨ 16 ਤੋਂ ਲੈ ਕੇ 18 ਹਸਪਤਾਲ ਦਾ ਸਰਕਾਰ ਦੇ ਪੈਨਲ 'ਚ ਆ, ਜਿਹੜੇ 1.5 ਲੱਖ ਵਾਲਾ ਜਾਂ 5 ਲੱਖ ਵਾਲੇ ਬੀਮੇ 'ਚ ਆ। ਇਸ ਤੋਂ ਇਲਾਵਾ ਹੋਰ ਵੀ ਆ। ਤੇ ਫਰੀਦਕੋਟ ਇਕੱਲੇ ਹਸਪਤਾਲ ਦੀ ਜਿਹੜੀ OPD ਆ ਜੀ 250 ਦੀ 2009 ਤੋਂ ਲੈ ਕੇ 31 ਦਸੰਬਰ 2021 ਤੱਕ 25000 ਤੋਂ ਵੱਧ ਮਰੀਜ਼ ਆ ਜਿਹੜੇ ਇਕੱਲੇ ਗੁਰੂ ਗੋਬਿੰਦ ਸਿੰਘ ਹਸਪਤਾਲ 'ਚ ਆਏ। ਤੇ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਆਪਾਂ ਆਲਾ ਦੁਆਲਾ ਆਪਦਾ ਦੇਖ ਲਈਏ, ਰਿਸ਼ਤੇਦਾਰੀਆਂ ਦੇਖ ਲਈਏ, ਪਿੰਡ ਦੇਖ ਲਈਏ। ਉਸ ਤੋਂ ਬਾਅਦ ਅਸੀਂ ਅੱਗੇ ਸੋਚਦੇ ਸੀ ਵੀ ਜਿਹੜੀ ਕੈਂਸਰ ਦੀ ਬਿਮਾਰੀ ਆ ਵੱਡੀ ਉਮਰ 'ਚ ਲੱਗਦੀ ਹੋਊਗੀ, ਪਰ ਸਾਡੇ 1.5 ਸਾਲ ਦੇ ਬੱਚੇ ਕੈਂਸਰ ਨੇ ਆਪਦੀ ਜੱਗ ਚਲਾ ਲਿਆ। 5-5 ਸਾਲ ਦੇ, 4-4 ਸਾਲ ਦੇ। ਇੱਕ ਪਾਸੇ ਬੱਚੇ ਨੂੰ ਬਿਮਾਰੀ ਲੱਗ ਗਈ, ਦੂਜੇ ਪਾਸੇ ਜਿਹੜੇ ਕਿਰਤੀ ਪਰਿਵਾਰ ਨੇ, ਮਜ਼ਦੂਰ ਪਰਿਵਾਰ ਨੇ, ਉਹ ਵਿਚਾਰੇ ਦਿਹਾੜੀ ਵੀ ਛੁੱਟਦੀ ਆ, ਬੱਚੇ ਦਾ ਇਲਾਜ ਵੀ ਕਰਵਾਉਂਦੇ ਆ ਤੇ ਬੱਚਾ ਵੀ ਹੱਥੋਂ ਚਲਾ ਜਾਂਦਾ ਤੇ ਸਾਰੀ ਉਮਰ ਉਹ ਕਰਜ਼ਾ ਲਾਉਂਦੇ ਤੁਰੇ ਫਿਰਦੇ ਆ। 4% ਨਹਿਰਾਂ ਕੱਸੀਆਂ ਤੇ ਜਾਂ ਸੜਕਾਂ ਬਣ ਰਹੀਆਂ ਉਹ ਸਰਕਾਰਾਂ ਦੇ ਡਿਵੈਲਪਮੈਂਟ ਜਾਂ ਪਿੰਡ ਦੀਆਂ ਰਾਜਨੀਤੀਆਂ ਕਰਕੇ ਜਾਂ ਕਿਸੇ ਗਰੀਬ ਗੁਰਬੇ ਨਹੀਂ ਛੱਡਦੇਗੇ। ਤੇ ਖੇਤਾਂ 'ਚ ਅਸੀਂ ਜਦੋਂ ਝੋਨਾ ਦੇ ਵਿੱਚ ਵੜੇ ਆ, 50 ਕਿੱਲੇ ਦਾ ਮਾਲਗੂ 5 ਦਰਖਤ ਨਹੀਂ ਖੇਤ 'ਚ ਹੋਣਗੇ ਆਪਣੇ। ਅਸੀਂ ਕੁਦਰਤ ਨੂੰ ਨਹੀਂ ਸਮਝਿਆ, ਪਵਨ ਗੁਰੂ ਇਹ ਗੱਲ ਨਹੀਂ ਬਣਦੀ ਆਪਾਂ ਗੁਰੂ ਦੀ। ਪਾਣੀ ਪਿਤਾ ਗਰਾਊਂਡ ਜਿੱਦਾਂ ਝੋਨਾ ਆਇਆ ਅਸੀਂ ਉਹ ਵੈਰਾਈਟੀਆਂ ਲਾਈਆਂ ਪੂਸੇ ਵਰਗੀਆਂ, ਅੱਜ ਵੀ ਨਹੀਂ ਛੱਡ ਰਹੇ। ਮੋਗੇ ਦੇ ਲੋਕ 150-150 ਫੁੱਟ ਤੋਂ ਡੂੰਘਾ ਪਾਣੀ ਚਲਾ ਗਿਆ ਤੇ ਫਿਰ ਉਹ ਪੂਸੇ ਦੇ ਮਗਰ ਪਾਏ ਹੋਏ। ਉਹਦੇ ਮੁਕਾਬਲੇ ਸਾਡੇ ਕੋਲੇ ਹੋਰ ਵੈਰਾਈਟੀਆਂ ਬਹੁਤ ਵਧੀਆ ਆਈਆਂ, ਜਿਵੇਂ 26 ਝੋਨਾ ਆਇਆ, ਉਹ ਝਾੜ ਵੀ 80-85 ਮਣ ਦਿੰਦਾ, ਮਹੀਨਾ ਲੱਗਦਾ ਵੀ ਮਗਰੋਂ ਆ। ਅਸੀਂ ਕਦੇ ਆਪਦੇ ਲਈ ਨਹੀਂ ਸੋਚਿਆ। ਜਿੱਥੇ ਰੁੱਖ ਖਤਮ ਹੋਏ ਉੱਥੇ ਅਸੀਂ ਖੇਤਾਂ 'ਚ ਅੱਗਾ ਲਾ ਕੇ ਇੰਡਸਟਰੀ ਨੇ ਇੱਕ ਵਹੀਕਲ ਇੰਨੇ ਜ਼ਿਆਦਾ ਲੋੜ ਵੱਧ ਗਏ ਆ ਤੇ ਦਰਖਤ ਤਾਂ ਘਟ ਗਏ ਆ, ਉਹ ਸਾਰੀ ਚੀਜ਼ਾਂ ਦੀ ਜ਼ਹਿਰਾਂ ਹਵਾ 'ਚ ਮਿਲਦੀਆਂ ਸਾਡੇ ਅੰਦਰ ਜਾਂਦੀਆਂ। ਪਾਣੀ ਸਾਡਾ ਜ਼ਹਿਰੀਲਾ ਹੋ ਗਿਆ, ਖਤਮ ਹੋਣ ਕਿਨਾਰੇ ਆ। ਧਰਤੀ ਸਾਡੀ ਅੱਜ ਜਿਹੜੀ ਚੀਜ਼ ਨੂੰ ਅਸੀਂ ਲੈ ਕੇ ਆ ਰਹੇ ਹਾਂ, ਜਦੋਂ ਮੈਂ ਰਾਜਸਥਾਨ ਵਾਲੇ ਦੀ ਖਬਰ ਪੜ੍ਹੀ ਵੀ ਜਿਹੜਾ ਨਹਿਰਾਂ ਦਾ ਪਾਣੀ ਹੈ, ਬਾਕੀ ਤਾਂ ਅਸੀਂ ਦੇਖ ਰਹੇ ਹਾਂ, ਅਸੀਂ 3-4 ਸਾਲ ਤੋਂ ਲੜ ਰਹੇ ਹਾਂ, ਕੇਂਦਰ ਨਾਲ ਵੀ ਰਾਬਤਾ ਸਾਡਾ, ਪੰਜਾਬ ਸਰਕਾਰ ਨਾਲ ਵੀ। ਅਸੀਂ ਲੁਧਿਆਣੇ ਵਾਰ-ਵਾਰ ਜਾ ਕੇ ਰੌਲਾ ਪਾ ਰਹੇ ਹਾਂ, ਦੁਹਾਈ ਦੇ ਰਹੇ ਹਾਂ। ਜਿਹੜੇ ਉਸ ਕੰਢੇ ਤੇ ਰਹਿੰਦੇ ਆ, ਲੁਧਿਆਣੇ ਦੇ ਕੰਢੇ ਦੇ ਗੌਂਸਪੁਰ ਆ ਜੀ, ਪ੍ਰਾਇਮਰੀ ਸਕੂਲ 'ਚ ਗਏ ਅਸੀਂ, ਛੋਟੇ ਬੱਚਿਆਂ ਦੇ ਦੰਦ, ਜਿਵੇਂ ਆਪਣੀ ਲੱਕੜ ਨੂੰ ਘੁਣਾ ਲੱਗਦਾ, ਘੁਣਾ ਜਿਵੇਂ ਪੁਰਾਣੇ ਘੁਣਾ ਜੇ ਕਹਿ ਲਈਏ ਸੌਂਫ ਤੋਂ ਅੱਗੇ ਜਿਹੜਾ ਘੁਣਾ ਹੁੰਦਾ, ਲੱਕੜ ਖਾਧੀ ਜਾਂਦੀ ਆ। 6-6 ਸਾਲ ਦੇ ਬੱਚਿਆਂ ਦੇ ਦੰਦ ਘੁਣੇ ਵਾਂਗੂ ਖਾਧੇ ਹੋਏ ਆ। ਮੇਰੇ ਕੋਲ ਫੋਟੋਆਂ ਵੀ ਹੈਗੀਆਂ ਉਹਨਾਂ ਦੀਆਂ। ਚਮੜੀ ਦੇ ਰੋਗ, ਉਹਨਾਂ ਦੇ ਪਿੰਡੇ 'ਚੋਂ ਸਕਿਨ ਰਸ ਰਹੀ ਆ ਉਹਨਾਂ ਦੇ, ਤੇ ਉਹ ਦਵਾਈ ਦੀ ਕੋਈ ਅਸਰ ਨਹੀਂ ਕਰ ਰਹੀ। ਜਿੱਥੇ ਦਰਿਆਵਾਂ ਦੇ ਵਿੱਚ ਆਪਾਂ ਕੰਢਿਆਂ ਤੇ ਰਹਿੰਦੇ ਸੀਗੇ, ਪਾਣੀ ਆਪਾਂ ਅੰਮ੍ਰਿਤ ਸੀਗੇ, ਜਦੋਂ ਖੇਤਾਂ 'ਚ ਸਾਡੇ ਵੀ ਖਾਲੇ 'ਚ ਪਾਣੀ ਆਉਂਦਾ ਸੀ ਨਾ, ਅਸੀਂ ਬੁੱਕ ਭਰ ਕੇ ਐ ਸਾਫਾ ਕਰਕੇ ਜੋ ਨਰਮਾ ਘੁੱਟਦੇ ਪੀਂਦੇ ਸੀਗੇ। ਪਰ ਸਰਾਪ ਉਹਨਾਂ ਲੋਕਾਂ ਵਾਸਤੇ ਕੀ ਹੋਇਆ? ਦਰਿਆ ਦੇ ਕੰਢੇ ਤੇ ਬੈਠੇ ਸਤਲੁਜ ਦੇ ਜਮਾਂ ਹੰਬਰਾਂ ਦੇ ਕੋਲੇ, ਤੇ 350 ਫੁੱਟ ਤੋਂ ਧਰਤੀ ਹੇਠੋਂ ਪਾਣੀ ਕੱਢ ਕੇ ਉਹ ਲੋਕ ਪੀ ਰਹੇ ਆ, ਜਦ ਕਿ ਉਹਨਾਂ ਨੂੰ ਪੀਣਾ ਤਾਂ ਦਰਿਆ ਦਾ ਪਾਣੀ ਚਾਹੀਦਾ ਸੀਗਾ। ਤੇ ਜਦੋਂ ਨਲਕੇ ਗੇੜਦੇ ਆ, ਨਲਕਿਆਂ 'ਚੋਂ ਸਮੈਲ ਵਾਲਾ ਪਾਣੀ, ਜ਼ਹਿਰ ਵਾਲਾ ਪਾਣੀ ਨਿਕਲ ਰਿਹਾ ਉੱਪਰੋਂ। ਤੇ ਇਹ ਸਾਡੇ ਕੋਲੇ ਬਹੁਤ ਦੁੱਖ ਆ ਦੀ ਗੱਲ ਇਹ ਆ ਵੀ ਸਾਡੇ ਬੱਚੇ ਆ ਜਿਹੜੇ ਬਿਮਾਰੀਆਂ ਨਾਲ, ਪਹਿਲੀ ਗੱਲ ਤਾਂ ਸਾਡੇ ਬੱਚਾ ਪੈਦਾ ਕਰਨ ਦੀ ਸਮਰੱਥਾ ਬੀਬੀਆਂ ਭੈਣਾਂ 'ਚ ਖਤਮ ਹੋ ਰਹੀ ਹੈ, ਜ਼ਹਿਰਾਂ ਸਾਡੇ ਅੰਦਰ ਜਾ ਰਹੀਆਂ। ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਵੀ ਜੋ ਕਿਸੇ ਸ਼ਰੀਕੇ ਵਾਲੇ ਨੇ ਕਿਸੇ ਨਾਲ ਸ਼ਰੀਕਾ ਕੱਢਣਾ, ਉਹਨੂੰ ਪਾਰਾ ਦੇ ਦਿੰਦੇ ਸੀ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਜਦੋਂ ਪਾਰਾ ਦਿੰਦੇ ਉਹ ਬੰਦਾ ਵਿਲਕ ਕੇ ਮਰਦਾ ਸੀਗਾ, ਉਹਨੂੰ ਕੋਈ ਨਾ ਕੋਈ ਕਿਤੇ ਹੱਡ ਦੁੱਖ ਗਿਆ, ਕਿਤੇ ਕੁਛ ਦੁੱਖ ਗਿਆ। ਪਰ ਅੱਜ ਹਰ ਘਰ ਦੇ ਵਿੱਚ ਸਾਡੇ ਅਖੌਤੀ ਵਿਕਾਸ ਨੇ, ਜ਼ਹਿਰਾਂ ਹੈਵੀ ਮੈਟਲ ਜਿਹੜੀਆਂ ਭਾਰੀਆਂ ਧਾਤਾਂ, ਜਿਹਦੇ ਵਿੱਚ ਪਾਰਾ, ਹੋਰ ਖਤਰਨਾਕ ਤੋਂ ਖਤਰਨਾਕ ਜਿਹੜੀਆਂ ਚੀਜ਼ਾਂ ਜਿਹੜੀਆਂ ਕਿਤੇ ਤੁਸੀਂ ਟਰੀਟ ਨਹੀਂ ਕਰ ਸਕਦੇ, ਭਾਵੇਂ ਕੁਝ ਵੀ ਕਰ ਲਓ, ਉਹ ਅੱਜ ਸਾਡੀਆਂ ਨਹਿਰਾਂ ਦੇ ਵਿੱਚ ਦੀ ਹੁੰਦੀਆਂ ਹੋਈਆਂ ਸਾਡੇ ਵਾਟਰ ਵਰਕਸ ਰਾਹੀਂ ਸਾਡੀ ਰਸੋਈ ਤੱਕ ਪਹੁੰਚ ਗਈਆਂ। ਜਦੋਂ ਕੋਈ ਗਰੀਬ ਬੰਦੇ ਦਾ, ਕੋਈ ਸਧਾਰਨ ਕਿਰਤੀ ਬੰਦਾ ਬਿਮਾਰ ਹੋ ਜਾਂਦਾ, ਸਾਡੇ ਕੋਲੇ ਸੰਸਥਾ ਕੋਲੇ ਆਉਂਦੇ ਰਹਿੰਦੇ ਆ, ਨਿੱਤ ਹੀ ਫੋਨ ਆਉਂਦੇ ਮੈਡੀਕਲ 'ਚੋਂ ਵੀ ਸਾਡੇ ਕੋਲ ਜੀ ਪੈਸੇ ਮੁੱਕ ਗਏ, ਸਾਡਾ ਇਲਾਜ ਵਾਸਤੇ ਸਾਡੇ ਕੋਲ ਕੁਛ ਹੈ ਨਹੀਂਗਾ। ਉਹ ਵਿਚਾਰੇ ਮੰਗਦੇ ਆ, ਤੁਹਾਡੇ ਕੋਲੋਂ ਮੰਗਿਆ, ਕਿਸੇ ਹੋਰ ਕੋਲੋਂ ਮੰਗਿਆ। ਜੇ ਜੀ ਬਚ ਗਿਆ ਤੇ ਤਾਂ ਵੀ ਘਰੇ ਚੁੱਪ ਕਰਕੇ ਚਲੇ ਜਾਣਾ। ਜੇ ਰੱਬ ਨੂੰ ਪਿਆਰਾ ਹੋ ਗਿਆ, ਉਹ ਕਹਿੰਦੇ ਸਾਡੇ ਕਰਮਾਂ 'ਚ ਇਹ ਲਿਖਿਆ ਗਿਆ ਸੀ। ਇਹ ਕਰਮ ਸਾਡੇ ਲਿਖੇ ਨਹੀਂ ਗਏ, ਇਹ ਸਾਡੇ ਕਰਮ ਆਪਦੀ ਆਪ ਬਣੇ ਹੋਏ ਆ, ਅਸੀਂ ਬੋਲੇ ਹੀ ਨਹੀਂ ਗਏ। 30-35 ਸਾਲਾਂ ਦਾ ਵਿਗਾੜ ਇਹ ਤੋਂ ਪਹਿਲਾਂ ਨਹੀਂ ਸੀਗਾ। ਦੋਸ਼ ਸਾਰਾ ਸਰਕਾਰਾਂ ਨੂੰ ਨਹੀਂ ਦੇ ਸਕਦੇ। ਅਸੀਂ ਰੇਹ ਸਪਰੇ ਲੋੜੋ ਇੰਨੀ ਵੱਧ ਪਾਈ ਆਪਦੇ ਬੱਚਿਆਂ ਵਾਸਤੇ, ਅਸੀਂ ਸਬਜ਼ੀ ਦੇ ਫਰੂਟ ਖੇਤ 'ਚ ਨਹੀਂ ਤਿਆਰ ਕਰ ਸਕਦੇ। 100-100 ਕਿੱਲੇ ਦੇ ਮਾਲਕ ਮੈਂ ਦੇਖਦਾ ਜਿਹੜੇ ਰੇਹੜੀਆਂ ਤੋਂ ਸਬਜ਼ੀ ਲੈਂਦੇ ਆ। ਇਹ ਸਰਕਾਰਾਂ ਨੇ ਨਹੀਂ ਕਰਨਾ, ਇਹ ਆਪਾਂ ਨੂੰ ਆਪ ਕਰਨਾ ਪਊਗਾ। ਕਿੰਨਾ ਮਰਜ਼ੀ ਪੈਸਾ ਕਮਾ ਲਈਏ ਆਪਾਂ, ਜਿੰਨੇ ਮਰਜ਼ੀ ਆਪਾਂ ਅਮੀਰ ਹੋ ਜਾਈਏ। ਦਿੱਲੀ 'ਚ ਆਪਾਂ ਦੇਖਿਆ ਕਰੋਨਾ ਦੇ ਵਿੱਚ, ਅਸੀਂ ਨਾ ਬੱਚਿਆਂ ਨੂੰ ਸਕੂਲਾਂ ਸੈਮੀਨਾਰ ਲਾਉਣੇ ਆ ਜੀ, ਸਾਡੇ ਕੋਲ ਕਾਪੀਆਂ ਬਣੀਆਂ ਹੋਈਆਂ, ਉੱਤੇ ਵਾਤਾਵਰਣ ਲਈ ਲਿਖਿਆ, ਤੇ ਅਸੀਂ ਉੱਤੇ ਲਿਖਦੇ ਆ ਵੀ ਇੱਕ ਰੁੱਖ 50 ਸਾਲ 'ਚ ਕੀ ਦਿੰਦਾ।
ਜਦੋਂ ਅਸੀਂ ਕਾਪੀ ਤੇ ਛਾਪ ਲਿਆ ਤੇ ਮੈਂ ਸੋਚੀ ਜਾਵਾਂ ਅੱਜ ਤੋਂ 4 ਸਾਲ ਪਹਿਲਾਂ, ਮੈਂ ਕਿਹਾ ਯਾਰ ਕਿਸੇ ਤਰਕਸ਼ੀਲ ਨੇ ਤਰਕ ਕਰਤਾ ਵੀ ਤੂੰ ਸਿੱਧ ਕਰ। ਮੈਂ ਕਿਹਾ ਹੁਣ ਮੈਂ ਕੀ ਸਿੱਧ ਕਰੂੰਗਾ। ਪਰ ਜਦੋਂ ਕਰੋਨਾ ਆਇਆ ਉਹਨੇ ਦੱਸੀ ਸਾਨੂੰ ਰੁੱਖਾਂ ਦੀ ਅਹਿਮੀਅਤ। ਆਪਾਂ ਦਿੱਲੀ ਦੀਆਂ ਖਬਰਾਂ ਪੜ੍ਹਦੇ ਰਹੇ ਹਾਂ, ਗੁਰੂ ਘਰਾਂ ਦੇ ਬਾਹਰ 'ਚ ਲੱਖਾਂ ਕਰੋੜਾਂ ਦੀ ਕਾਰ 'ਚ ਬੰਦਾ ਬੈਠਾ ਤੇ ਹੱਥ ਅੱਡੀ ਖੜਾ ਵੀ ਮੈਨੂੰ ਆਕਸੀਜਨ ਦੇ ਦਿੱਤੀ ਜਾਵੇ। ਕਿਸੇ ਨੂੰ ਨਸੀਬ ਹੋਈ, ਕਿਸੇ ਨੂੰ ਨਹੀਂ ਹੋਈ। ਫਿਰ ਮੈਂ ਉਸ 'ਤੇ ਮਾਣ ਮਹਿਸੂਸ ਕੀਤਾ ਵੀ ਵਾਕਿਆ ਹੀ ਜਿਹੜੀ ਕੁਦਰਤ ਨੇ ਇਸ ਨੂੰ ਅਮੁੱਲ ਚੀਜ਼ ਦਿੱਤੀ ਹੈ ਉਹਦਾ ਕੋਈ ਮੁੱਲ ਨਹੀਂ ਗਾ। ਤੇ ਜਿਹੜੀ ਅਸੀਂ ਧਨ ਦੌਲਤ ਮੰਨ ਲਓ ਕੋਠੀਆਂ, ਨੌਕਰੀ, ਪੈਸਾ, ਜ਼ਮੀਨ ਬਣਾ ਰਹੇ ਹੋ ਕਿਹਦੇ ਵਾਸਤੇ? ਆਪਣੀ ਔਲਾਦ ਵਾਸਤੇ। ਜੇ ਔਲਾਦ ਪੈਦਾ ਹੀ ਨਾ ਹੋਈ, ਜੇ ਪੈਦਾ ਹੋ ਗਈ ਉਹ ਬਿਮਾਰ ਪੈਦਾ ਹੋਈ, ਜੇ ਉਹ 1.5 ਸਾਲ ਦੇ ਬੱਚੇ ਕੈਂਸਰ ਦੀ ਲਪੇਟ 'ਚ ਆ ਗਏ, ਮੰਦਬੁੱਧੀ ਹੋ ਗਏ, ਮਾਨਸਿਕ ਵਿਕਾਸ ਘਟ ਗਏ, ਹਾਰਟ ਵਰਗੀ ਬਿਮਾਰੀ 30 ਸਾਲ ਦੇ ਬੱਚਿਆਂ ਨੂੰ ਸਾਡੇ ਨੂੰ ਖੋਹ ਕੇ ਲੈ ਕੇ ਜਾ ਰਹੀ ਆ, ਤੇ ਫਿਰ ਪੈਸਾ ਤਾਂ ਕੁਝ ਨਹੀਂ ਕਰਨਾ। ਫਿਰ ਆਪਾਂ ਕੋਠੀਆਂ ਤੇ ਕਾਰਾਂ ਤੇ ਦੰਦੀਆਂ ਦਾ ਨਾਂ ਵੱਢ ਲਾਂਗੇ, ਕਿਉਂਕਿ ਕਮਾਈ ਤਾਂ ਅਸੀਂ ਆਪਣੀ ਔਲਾਦ ਵਾਸਤੇ ਕਰ ਰਹੇ ਹਾਂ ਨਾ। ਇਸ ਕਰਕੇ ਵੀਰੋ ਭੈਣੋ ਤੁਹਾਡੇ ਅੱਗੇ ਬੇਨਤੀ ਕਰਨ ਆਏ ਆ ਵੀ ਇਕੱਠੇ ਹੋ ਗਏ। ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਸੀ, ਬਲਿਹਾਰੀ ਕੁਦਰਤੀ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਆ, ਇਸ ਨੂੰ ਆਪਣੀ ਜ਼ਿੰਦਗੀ ਦਾ ਮੰਨ ਲਓ ਜਿਹੜਾ ਆਪਣਾ ਜ਼ਿੰਦਗੀ ਆ ਵੀ ਆਪਾਂ ਇਹ 'ਚ ਕੁਛ ਭਾਲ ਲਾਂਗੇ, ਮੈਨੂੰ ਨਹੀਂ ਲੱਗਦਾ। ਪਰ ਅਸੀਂ ਆਉਣ ਵਾਲੇ ਬੱਚਿਆਂ ਵਾਸਤੇ ਜੇ ਅੱਜ ਤੋਂ ਲੜਾਈ ਸੰਘਰਸ਼ ਸ਼ੁਰੂ ਕਰੀਏ, ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਤੰਦਰੁਸਤ ਦੇਖਣਾ ਚਾਹੁੰਦੇ ਆ, ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਆ, ਤਾਂ ਉਹਨੂੰ ਸ਼ੁੱਧ ਵਾਤਾਵਰਣ ਦੇਣਾ ਪਊਗਾ। ਧਰਤੀ, ਹਵਾ ਤੇ ਪਾਣੀ ਤਿੰਨਾਂ ਦੀ ਸੰਭਾਲ ਕਰਨੀ ਪਊਗੀ। ਸਾਨੂੰ ਪਤਾ ਸਰਕਾਰਾਂ ਨੇ ਸਾਨੂੰ ਮਾਰਿਆ, ਉਹ ਭਾਵੇਂ ਦਿੱਲੀ ਦੀ ਹੋਵੇ ਤੇ ਭਾਵੇਂ ਪੰਜਾਬ ਦੀ ਧਰਤੀ ਤੇ ਰਾਜ ਭਾਗ ਜਿਨ੍ਹਾਂ ਨੇ ਕੀਤਾ ਹੋਵੇ 1947 ਤੋਂ ਲੈ ਕੇ ਹੁਣ ਤੱਕ 30-35 ਸਾਲ ਦਾ ਪੱਠਾ ਵਾਤਾ। ਜਦੋਂ ਰਾਜਨੀਤਿਕ ਲੋਕ ਆਉਂਦੇ ਨੇ ਉਦੋਂ ਆਪਾਂ ਜਦੋਂ ਪਿੰਡ 'ਚ ਆਉਂਦੇ ਇਹ ਮੇਜਰ ਤਕਲੀਫ ਦੀ ਗੱਲ ਕਦੇ ਨਹੀਂ ਕਰਦੇ ਗੇ। ਆਪਣੀ ਉਹਨਾਂ ਕੋਲ ਡਿਮਾਂਡ ਕੀ ਹੁੰਦੀ ਆ? ਸਾਡੇ ਹਸਪਤਾਲ ਬਣਾ ਦਿਓ ਜੀ। ਤੇ ਜਦੋਂ MLA ਮੁੱਖ ਮੰਤਰੀ ਨੂੰ ਮਿਲਦਾ ਉਹ ਕਹਿੰਦਾ ਜੀ ਸਾਡੇ ਇਲਾਕੇ 'ਚ ਏਮਜ਼ ਬਣਾ ਦਿਓ। ਤੇ ਜਦੋਂ ਮੁੱਖ ਮੰਤਰੀ ਦਿੱਲੀ ਜਾ ਕੇ ਕੇਂਦਰੀ ਸਿਹਤ ਮੰਤਰੀ ਨੂੰ ਮਿਲਦਾ ਉਹ ਕਹਿੰਦਾ ਜੀ ਸਾਡੇ ਪੰਜਾਬ ਨੂੰ ਏਮਜ਼ ਦੇ ਦਿਓ। ਪਿੰਡ ਵਾਲਾ ਡਿਸਪੈਂਸਰੀ ਮੰਗਦਾ, ਜ਼ਿਲ੍ਹੇ ਵਾਲਾ ਵੱਡੇ ਪੱਧਰ ਤੇ ਹਸਪਤਾਲ ਮੰਗਦਾ। ਇਹਦੀ ਲੋੜ ਕਿਉਂ ਪਈ? ਚੋਰ ਨੂੰ ਮਾਰਨਾ ਚੋਰ ਦੀ ਮਾਂ ਮਾਰ ਦਈਏ। ਸਰਕਾਰ ਜੇ ਇੰਡਸਟਰੀ ਸਰਕਾਰ ਇਹ ਕਹਿੰਦੀ ਆ ਵੀ ਸਾਨੂੰ ਜਿਹੜੀ ਕੈਮੀਕਲ ਇੰਡਸਟਰੀ ਆ, ਡਾਈਂਗ ਇੰਡਸਟਰੀ ਆ, ਵੀ ਜੇ ਉਹਨੂੰ ਬੰਦ ਕਰ ਦੇ ਤਾਂ ਸਾਡੇ ਕੋਲ ਟੈਕਸ ਨਹੀਂ ਆਉਣੇ। ਮੰਨ ਲਓ ਜੇ ਉਹ 1000 ਕਰੋੜ ਦਿੰਦੇ ਆ ਤੇ ਲੋਕਾਂ ਦੀ ਸਿਹਤ 100 ਕਰੋੜ ਲੱਗਦਾ, ਸਾਨੂੰ 100 ਕਰੋੜ ਬਚਾਉਣ ਵਾਸਤੇ ਉਹ ਲੋਕਾਂ ਨੂੰ ਪੰਜਾਬ 'ਚ ਕੱਢਣ ਨਹੀਂ ਦੇਣਾ ਚਾਹੀਦਾ। ਜਲੰਧਰ ਦੀ ਚਮੜਾ ਫੈਕਟਰੀ ਬਾਹਰੋਂ ਲਿਆ ਕੇ ਸਟੇਟਾਂ ਤੋਂ ਚਮੜਾ, ਧਰਤੀ ਪੰਜਾਬ ਦੀ ਚੋਂ ਪਾਣੀ ਕੱਢਦੇ ਆ, ਰੰਗਾਈ ਕਰਕੇ ਉਹ ਸਤਲੁਜ ਛੱਡਦੇ ਆ। ਸਤਲੁਜ ਉੱਥੋਂ ਮੋਗਾ ਜ਼ਿਲ੍ਹੇ 'ਚ ਆਉਂਦਾ, ਮੋਗੇ ਤੋਂ ਅੱਗੇ ਫਿਰੋਜ਼ਪੁਰ 'ਚ ਆਉਂਦਾ, ਫਿਰੋਜ਼ਪੁਰ 'ਚੋਂ ਫਰੀਦਕੋਟ ਸਾਡੇ ਲੋਕਾਂ ਤੇ ਜਾਂਦਾ, ਫਿਰ ਗਾਂ ਮੁਕਤਸਰ ਆਉਂਦਾ, ਗਾਂ ਦੀ ਗਾਂ ਇਹ ਚਲਾ ਜਾਂਦਾ ਜੈਸਲਮੇਰ ਤੱਕ, ਮੈਨੂੰ ਲੱਗਦਾ ਜੈਪੁਰ ਤੱਕ। ਲੀਡਰਾਂ ਨੂੰ ਅਸੀਂ ਮਿਲੇ, ਉਹ ਕਹਿੰਦੇ ਯਾਰ ਜਿਹੜੇ ਲੋਕ ਮੰਗਣਗੇ ਅਸੀਂ ਉਹ ਚੀਜ਼ ਦੇਵਾਂਗੇ। ਲੋਕ ਜ਼ਹਿਰ ਮੰਗਦੇ, ਅਸੀਂ ਜ਼ਹਿਰ ਦੇਣੇ, ਜਦੋਂ ਅੰਮ੍ਰਿਤ ਮੰਗਣਗੇ ਅਸੀਂ ਸੋਚਾਂਗੇ। ਕੋਈ ਚੰਡੀਗੜ੍ਹ ਕੋਈ 4 ਸਾਲ ਪਹਿਲਾਂ ਕੋਈ ਸੈਮੀਨਾਰ ਹੋਏ ਸੀ, ਉੱਥੇ ਮੈਂ ਸਵਾਲ ਕੀਤਾ ਸੀ, ਕਾਫੀ ਬੁੱਧੀਜੀਵ ਸੀਗੇ। ਆਪਾਂ ਜਦੋਂ ਲੀਡਰ ਆਉਂਦੇ ਆਪਾਂ ਗਰਾਂਟਾਂ ਮੰਗਦੇ ਆ ਜੀ, ਆਪਾਂ ਮੈਂਬਰੀਆਂ ਸਰਪੰਚੀਆਂ ਦੀ ਗੱਲ ਕਰਦੇ ਆ, ਆਪਾਂ ਕਦੇ ਸ਼ੁੱਧ ਵਾਤਾਵਰਣ ਦੀ ਗੱਲ ਕਦੇ ਵੀ ਨਹੀਂ ਕੀਤੀ। ਉਹਨੇ ਆਪਦੀ ਔਲਾਦ ਨੂੰ ਤੰਦਰੁਸਤ ਰੱਖਣ ਵਾਲੀ ਗੱਲ, ਉਹ 'ਚ ਦੋਸ਼ੀ ਆਪਾਂ ਸਾਰੇ ਹੀ ਆ। ਜਿੱਦਾਂ ਆਪਾਂ ਸਾਰੇ ਲੀਡਰ ਉਹੀ ਕੁਝ ਕਰਨਗੇ ਜਦੋਂ ਜਿੰਨੀ ਆਵਾਜ਼ ਥੱਲੇ ਬਣੂਗੀ। ਜੇ ਚੰਗਾ ਕਹਾਂਗੇ ਉਹ ਚੰਗਾ ਕਰਨਗੇ। ਇਸ ਵਿਸ਼ੇ ਤੇ ਨਾ ਕੋਈ ਧਰਮ ਦੀ ਗੱਲ ਆ, ਨਾ ਕੋਈ ਜਾਤ ਮਜ਼ਹਬ ਦੀ ਗੱਲ ਆ, ਨਾ ਕੋਈ ਅਕਾਲੀ ਕਾਂਗਰਸੀ ਆਮ ਆਦਮੀ ਦੀ ਗੱਲ ਆ। ਇਹ ਤਾਂ ਸਮੁੱਚੀ ਇਨਸਾਨੀਅਤ ਦੀ ਗੱਲ ਆ, ਇਨਸਾਨੀਅਤ ਦੀ ਗੱਲ ਆ। ਜੇ ਅਸੀਂ ਇਨਸਾਨੀਅਤ ਤੋਂ ਮੁੱਖ ਮੋੜ ਲਿਆ ਫਿਰ ਅਸੀਂ ਇਸ ਦੁਨੀਆ ਦੇ ਭਾਰ ਹੀ ਆਏ ਆ। ਇਸ ਕਰਕੇ ਪੰਜਾਬ ਦੀ ਜਿਹੜੀ ਸਾਡੀ ਪੀੜ੍ਹੀ ਆ ਉਹਨੂੰ ਬਚਾਉਣ ਵਾਸਤੇ ਸਿਰ ਜੋੜ ਕੇ ਆਪਾਂ ਸਰਕਾਰਾਂ ਕੋਲੇ ਜੋ ਪਿੱਛੇ ਹੋ ਗਿਆ ਸਾਨੂੰ ਮਾੜਾ ਚੰਗਾ ਕਹਿਣ ਦੀ ਲੋੜ ਨਹੀਂ। ਜੋ ਕੀਤਾ ਜਿਸ ਨੇ ਕੀਤਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ। ਸਾਡੀ ਕਿਸੇ ਨੇ ਵੀ ਬਾਹ ਨਹੀਂ ਫੜੀ। ਜਿਹੜੇ ਵੀ ਆਏ ਉਹ ਆਪਦੇ ਸਮਾਂ ਟਪਾਉਂਦੇ ਰਹੇ ਆ ਤੇ ਬਸ ਲੋਕਾਂ ਨੂੰ ਆਪਦੀਆਂ ਗੱਲਾਂ 'ਚ ਉਲਝਾ ਕੇ ਤੇ ਸਾਨੂੰ ਇਸ ਕੰਡੇ ਤੇ ਖੜਾ ਕਰਤਾ। ਦੂਸਰੀ ਗੱਲ ਆਪਾਂ ਇਹ ਦੇਖ ਲਿਆ ਵੀ ਜਿਹੜੇ ਅਮੀਰ ਬੰਦੇ ਆ, ਗਰੀਬ ਬੰਦਿਆਂ ਦੇ ਦੋ ਤਰ੍ਹਾਂ ਤਸ਼ੱਦਦ ਹੋਇਆ। ਅਮੀਰ ਬੰਦਿਆਂ ਨੇ ਇਸ ਤਸ਼ੱਦਦ ਨੂੰ ਝੱਲਿਆ। ਮੈਂ ਨਾਂ ਲੈਣ ਤੋਂ ਕੋਈ ਗਰੇਜ ਨਹੀਂ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਘਰ ਵਾਲੀ ਨੂੰ ਕੈਂਸਰ ਹੋਇਆ, ਕਰੋੜਾਂ ਰੁਪਈਆ ਲਾਇਆ। ਸਰਦਾਰ ਹਰਚਰਨ ਸਿੰਘ ਬਰਾੜ ਦੇ ਬੇਟੇ ਸ਼ਨੀ ਬਰਾੜ ਨੂੰ ਹੋਇਆ, ਕਰੋੜਾਂ ਰੁਪਈਆ ਲਾਇਆ। ਸਰਦਾਰ ਸਰਜੀਤ ਸਿੰਘ ਬਰਨਾਲੇ ਦੀ ਬੇਟੀ ਨੂੰ ਹੋਇਆ, ਕਰੋੜਾਂ ਰੁਪਈਆ ਲਾਇਆ। ਪਰ ਗਰੀਬ ਤੇ ਵੀ ਉਨੀ ਤਕਲੀਫ ਆਉਣੀ ਆ ਤੇ ਅਮੀਰ ਨੂੰ ਵੀ ਉਨੀ ਆਉਣੀ ਆ। ਇਸ ਕਰਕੇ ਮੈਂ ਇਸ ਗੱਲ ਨੂੰ ਸਮਾਪਤ ਕਰਦਾ ਹੋਇਆ ਆਪ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਧੜੇਬੰਦੀ ਗੱਲ ਕੀਤੀ। ਦੋ ਸੀਗੇ ਸਾਡੇ ਤੇ ਕੁਝ ਮੌਤਾਂ ਹੋਈਆਂ ਤੇ ਜਿਹੜੇ ਡਾਕਟਰਾਂ ਨੂੰ ਕੰਮ ਕਰਨਾ ਪੈਂਦਾ ਸੀ ਉਹ ਮੇਰੇ ਪਿੰਡ ਦੇ ਲੋਕਾਂ ਨੂੰ ਕਹਿੰਦੇ, ਜਿਹੜੇ ਮੰਨ ਲਓ ਵਿਚਾਰਧਾਰਾ ਸਾਰਿਆਂ ਨਾਲ ਇੱਕੋ ਨਹੀਂ ਹੋਊਗੀ। ਮੇਰੀ ਵੀ ਮੇਰੇ ਪਿੰਡ 'ਚ ਵੀ ਸ਼ਰੀਕਾ ਕਬੀਲਾ ਦਾ, ਉਹਨੂੰ ਕਹਿੰਦੇ ਯਾਰ ਵੀ ਇਹਨੂੰ ਹਟਾਓ, ਇਹ ਰੌਲਾ ਪਾਉਂਦਾ ਵੀ ਆਪਣੇ ਪਿੰਡ 'ਚ ਕਿਸੇ ਨੇ ਸਾਖ ਨਹੀਂ ਕਰਨਾ।
ਡਾਕਟਰ ਗੱਲ ਕਹਿ ਰਹੀ ਸੀਗੀ ਮੈਨੂੰ ਵੀ ਗੁਰਪ੍ਰੀਤ ਸਿੰਘ ਤੁਸੀਂ ਐਂ ਨਹੀਂ ਬੋਲਣਾ ਦੂਜਾ ਕਰੋ ਵੀ ਤੁਹਾਡੇ ਪਿੰਡ ਦੇ ਪ੍ਰਭਾਵ ਪਊ। ਮੈਂ ਉਹਨਾਂ ਨੂੰ ਫਿਰ ਜਵਾਬ ਦਿੱਤਾ, ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਮੈਰਿਜ ਬਿਊਰੋ ਤਾਂ ਨਹੀਂ ਖੋਲ੍ਹਿਆ, ਤੁਹਾਡਾ ਕੰਮ ਆ ਲੋਕਾਂ ਦੀ ਸਿਹਤ ਦੀ ਗੱਲ ਕਰਨੀ, ਇਲਾਜ ਕਰਨਾ, ਸਰਕਾਰ ਤੱਕ ਸਾਡੀ ਗੱਲ ਪਹੁੰਚਾਉਣੀ। ਮੈਂ ਕਿਹਾ ਜਿਹੜੇ ਪੰਜਾਬ ਦੇ ਲਾਲਚੀ ਲੋਕ ਆ ਉਹ ਕਹਿ ਦੇਣਗੇ ਫਲਾਣੇ ਪਿੰਡ ਦੇ ਬੰਦੇ ਜਿਹੜਾ ਬੱਚਾ ਉਹਨੇ ਤਾਂ 10 ਸਾਲ ਨੂੰ ਮਰ ਜਾਣਾ, ਕੁੜੀ ਵਿਆਹ ਦਿਓ, ਅਗਲੀ ਸਾਲ 5 ਕਿੱਲਿਆਂ ਦੇ ਕਬਜ਼ਾ ਕਰਾਂਗੇ, ਕੁੜੀ ਅਗਲੇ ਸਾਲ ਤੋੜ ਦਿਆਂਗੇ। ਸਾਡੀ ਮਾਨਸਤਾ ਇਹ ਬਣ ਗਈ ਜਦੋਂ ਅਸੀਂ ਆਵਾਜ਼ ਉਠਾਉਂਦੇ ਆ ਨਾ ਤੇ ਅਸੀਂ ਉਸ ਚੀਜ਼ ਨੂੰ ਗਲਤ ਪਾਸੇ ਨੂੰ ਸੋਚਦੇ ਹਾਂ, ਅੰਦਰ ਮਰ ਜਾਾਂਗੇ। ਜਿਸ ਦਿਨ ਅਸੀਂ ਬੋਲਾਂਗੇ, ਮੰਨ ਲਓ ਮੇਰਾ ਸਰੀਰ ਹੈ ਤੁਸੀਂ ਦੇਖ ਲਓ, ਮੈਥੋਂ ਉੱਠ ਕੇ ਖੜਾ ਨਹੀਂ ਹੋਈਦਾ। ਮੈਂ ਆਪਣੀ ਗੱਲ ਦੱਸਾਂ, ਹੱਡੀਆਂ ਦੇ ਰੋਗ ਬਹੁਤ ਵੱਧ ਰਹੇ ਨੇ ਸਾਡੇ। ਆਮ ਹੀ ਢੂਈ ਮੈਨੂੰ ਲੱਗਦੀ ਭੈਣਾਂ ਸਾਡੀਆਂ ਬੈਠੀਆਂ, ਵੀਰ ਹਰ ਲੱਕ ਨੂੰ ਹੱਥ ਲਾ ਕੇ ਉੱਠਦਾ ਤੇ ਅੱਗੇ ਬਜ਼ੁਰਗ ਸਾਡੇ ਚੌਕੜਾ ਮਾਰ ਕੇ ਭਾਵੇਂ 4-4 ਘੰਟੇ ਬਿਠਾਈ ਰੱਖੋ। ਇਹ ਹਰ ਘਰ ਦੀ ਬਿਮਾਰੀ ਆ, ਹਰ ਸਰੀਰ ਦੀ ਬਿਮਾਰੀ ਹੈ। ਇਸ ਕਰਕੇ ਆਪਾਂ ਨੂੰ ਇਕੱਠੇ ਹੋਣਾ ਪਊਗਾ, ਆਵਾਜ਼ ਉਠਾਉਣੀ ਪਊਗੀ। ਇਕੱਠੇ ਹੋ ਕੇ ਜਿਹੜੇ ਤੁਹਾਡੇ MLA ਸਾਹਿਬਾਨ ਨੇ ਇਸ ਇਲਾਕੇ ਦੇ, ਉਹਨਾਂ ਨੂੰ ਬੇਨਤੀ ਕਰੋ ਵੀ ਇੱਕ ਵਫਦ ਲੈ ਕੇ ਆਪਾਂ ਲੁਧਿਆਣੇ ਚੱਲ ਗਏ, ਜਲੰਧਰ ਚੱਲ ਗਏ, ਜਿੱਥੋਂ ਇਹ ਪਾਣੀ ਪੈਂਦਾ। ਜਿਸ ਦਿਨ ਤੁਸੀਂ ਅੱਖੀ ਦੇਖ ਲਿਆ ਇਹ ਪਾਣੀ, ਤੁਸੀਂ ਮੈਨੂੰ ਲੱਗਦਾ ਨਹਿਰ ਦਾ ਪਾਣੀ ਮੰਗਣਾ ਤਾਂ ਕੀ, ਤੁਸੀਂ ਪੀਣਾ ਨਹੀਂ ਗਾ। ਤੇ ਜਦ ਸਾਡਾ ਸੰਵਿਧਾਨ ਕੇ ਹੱਕ ਆ ਵੀ ਸਾਫ਼ ਪਾਣੀ 'ਚ ਕੋਈ ਜ਼ਹਿਰ ਨਹੀਂ ਪਾ ਸਕਦਾ, ਇਹਨਾਂ ਜ਼ਹਿਰਾਂ ਨੂੰ ਰੋਕਣ ਦੇ ਲਈ ਆਪਾਂ ਇਕੱਠੇ ਹੋ ਕੇ ਸਿਰ ਜੋੜ ਕੇ, ਪਾਰਟੀ ਧੜੇਬੰਦੀ ਨੂੰ ਛੱਡ ਕੇ ਪੰਜਾਬ ਦੇ ਭਲੇ ਹਿੱਤ ਆਪਾਂ ਕੰਮ ਕਰੀਏ। ਆਸ ਕਰਦੇ ਤੁਸੀਂ ਇਸ ਵਿੱਚ ਸਾਡਾ ਸਹਿਯੋਗ ਦਿਓਗੇ। ਹੁਣ ਮੈਂ ਬੇਨਤੀ ਕਰਦਾ ਸ਼੍ਰੀ ਦੀਪ ਸ਼ਰਮਾ ਚਨਾਰਥਲ ਜੀ ਨੂੰ, ਉਹ ਆ ਕੇ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀਓ, ਕਦੇ ਸੋਚਿਆ ਨਹੀਂ ਸੀ ਕਿ ਪਿੰਡ ਧਰਾਂਗ ਆਵਾਂਗੇ ਤਾਂ ਇਹ ਸਥਿਤੀ 'ਚ ਆਵਾਂਗੇ ਕਿ ਪਾਣੀਆਂ ਦੇ ਮਸਲੇ ਤੇ, ਜ਼ਹਿਰਾਂ ਦੇ ਮਸਲੇ ਤੇ। ਸੋ ਪੰਜਾਬ ਦੇ ਵਿੱਚ ਜੇਕਰ ਪਾਣੀਆਂ ਨੂੰ ਲੈ ਕੇ ਫਿਕਰ ਹੋਵੇ, ਜਿੱਥੇ ਅਸੀਂ ਕਹਿੰਦੇ ਹਾਂ 5 ਦਰਿਆ ਵਗਦੇ ਨੇ, ਬਾਬੇ ਨਾਨਕ ਦੀ ਬਾਣੀ ਸਾਨੂੰ ਜੋ ਸੁਨੇਹਾ ਦਿੰਦੀ ਆ। ਸੋ ਗੁਰਪ੍ਰੀਤ ਚੰਦਵਾਜਾ ਬਾਈ ਹੋਰਾਂ ਨੇ, ਇਹਨਾਂ ਦੀ ਸਮੁੱਚੀ ਟੀਮ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰ ਮੰਗਾ ਰਿਹਾ ਇੱਕ ਤਰ੍ਹਾਂ ਨਾਲ ਕਿ ਕੀ ਅਸੀਂ ਜਾਗਦੇ ਵੀ ਹਾਂ। ਸੋ ਮੈਨੂੰ ਲੱਗਦਾ ਜੋ ਕਹਾਣੀ ਉਹਨਾਂ ਨੇ ਸਾਡੇ ਸਾਹਮਣੇ ਰੱਖੀ ਹੈ, ਜੋ ਤਸਵੀਰ ਸਾਡੇ ਸਾਹਮਣੇ ਰੱਖੀ ਆ, ਉਹ ਤੋਂ ਸ਼ਾਇਦ ਇੱਧਰ ਵਾਲੀ ਧਿਰ ਵਾਕਫ ਨਾ ਹੋਵੇ। ਜਿਹੜੇ ਸਾਹਮਣੇ ਸੰਗਤ ਬੈਠੀ ਆ ਉਹ ਜ਼ਿਆਦਾ ਜਾਣਦੀ ਆ, ਕਿਉਂਕਿ ਉਹ ਪੀੜਤ ਵੀ ਆ ਔਰ ਇਹ ਚੀਜ਼ ਹੰਢਾ ਵੀ ਰਹੀ ਆ। ਜਿਹਨੂੰ ਲੱਗਦਾ ਕਿ ਮੇਰੀ ਜੇਬ 'ਚ 4 ਪੈਸੇ ਹੈਗੇ, ਮੇਰੇ ਢੋਲ 'ਚ 4 ਦਾਣੇ ਹੈਗੇ, ਉਹ ਤਾਂ ਜਵਾਕ ਨੂੰ ਕਹਿ ਸਕਦਾ ਕਿ ਬਿਸਲਰੀ ਉਹ ਪੀ ਲਾਂਗੇ, ਪਰ ਕਦੋਂ ਤੱਕ? ਉਹ ਵੀ ਪਾਣੀ ਕਿਤੋਂ ਕੱਢ ਕੇ ਟਰੀਟ ਕਰ ਰਹੇ ਨੇ। ਜਿਵੇਂ ਹੁਣੇ ਗੱਲ ਹੋਈ ਕਿ ਕੈਮੀਕਲ ਜਿਹੜਾ ਫੈਕਟਰੀਆਂ ਵਾਲਾ ਉਹ ਤਾਂ ਸਾਫ਼ ਹੀ ਨਹੀਂ ਹੁੰਦਾ। ਸੋ ਸਾਨੂੰ ਲੱਗਦਾ ਕਿ 20 ਰੁਪਏ 'ਚ ਪਤਾ ਨਹੀਂ ਅਸੀਂ 30 ਰੁਪਏ 'ਚ ਸਾਫ਼ ਪਾਣੀ ਖਰੀਦ ਲਿਆ। ਅਸਲ 'ਚ ਅਸੀਂ ਜ਼ਹਿਰਾਂ ਹੀ ਪੀ ਰਹੇ ਹਾਂ, ਜ਼ਹਿਰਾਂ ਹੀ ਖਾ ਰਹੇ ਹਾਂ। ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ। ਜਦੋਂ ਕਿਸੇ ਘਰੇ 70 ਵਿਛਿਆ ਹੋਵੇ ਤੇ ਉਸ ਮੌਕੇ ਜਦੋਂ ਆਪਾਂ ਦੁੱਖ ਮਨਾਉਣ ਜਾਂਦੇ ਆ ਤਾਂ ਮਾਵਾਂ ਕਹਿੰਦੀਆਂ ਹੁੰਦੀਆਂ ਕਿ ਭਾਈ ਉਹ ਆਪਣਿਆਂ ਨੂੰ ਰੋਂਦੇ ਨੇ, ਅਸੀਂ ਤਾਂ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਹਾਂ। ਸੋ ਅੱਜ ਅਸੀਂ ਚਾਹੇ ਪੰਜਾਬ ਦੀ ਗੱਲ ਕਰੀਏ, ਚਾਹੇ ਅਸੀਂ ਦੇਸ਼ ਦੇ ਸੰਵਿਧਾਨ ਦੀ ਗੱਲ ਕਰੀਏ, ਜਿਹਨੇ ਆਪਣੇ ਘਰ ਦਾ ਜੀ ਗਵਾਇਆ, ਜਿਹਦੇ ਘਰ ਦੇ ਵਿੱਚ ਔਲਾਦ ਬਿਮਾਰ ਪੈਦਾ ਹੋਈ, ਉਹਨੂੰ ਆਪਣਾ ਫਿਕਰ ਆ। ਉਹਨੂੰ ਨਹੀਂ ਫਿਕਰ ਕਿ ਲੁਧਿਆਣੇ ਦੀ ਫੈਕਟਰੀ ਕੀ ਕਰਦੀ ਆ, ਉਹਨੂੰ ਨਹੀਂ ਮਤਲਬ ਸਰਕਾਰ ਕੀ ਕਰਦੀ ਆ। ਸੋ ਮੈਨੂੰ ਲੱਗਦਾ ਅੱਜ ਆਪਾਂ ਜਿੰਨੀ ਸੰਗਤ ਇੱਥੇ ਇਕੱਠੇ ਹੋਏ ਆ, ਆਪਾਂ 2 ਪੜਾਵਾਂ ਤੇ ਗੱਲ ਕਰੀਏ। ਪਹਿਲਾ ਪੜਾਅ ਜਿਹੜਾ ਸਰਕਾਰ ਨਾਲ ਲੜਨ ਦਾ, ਜਿਹਦੀ ਗੱਲ ਗੁਰਪ੍ਰੀਤ ਜੀ ਨੇ ਕੀਤੀ ਕਿ ਸਾਨੂੰ ਆਪਣੇ MLA ਨੂੰ ਵੀ ਪੁੱਛਣਾ ਪੈਣਾ ਤੇ ਲੋੜ ਪਈ ਸਾਨੂੰ ਲੁਧਿਆਣੇ ਤੱਕ ਵੀ ਜਾਣਾ ਪੈਣਾ, ਲੋੜ ਪਈ ਦਿੱਲੀ ਤੱਕ ਵੀ ਜਾਣਾ ਪੈਣਾ। ਸੋ ਇਸ ਲਈ ਇੱਕ ਪੜਾਅ ਤਾਂ ਉਹ ਉਲੀਕੀਏ ਕਿ ਅਸੀਂ ਉਹ ਲੜਾਈ ਕਿਵੇਂ ਚੱਲਣੀ ਹੈ, ਕਿਉਂਕਿ ਉਹ ਲੰਬੀ ਲੜਾਈ ਆ। ਇੱਕ ਦਿਨ 'ਚ ਮਸਲੇ ਨਹੀਂ ਹੱਲ ਹੋਣੇ, ਇੱਕ ਦਿਨ 'ਚ ਫੈਕਟਰੀਆਂ ਨੇ ਨਹੀਂ ਸੁਧਰਨਾ, ਇੱਕ ਦਿਨ 'ਚ ਸਰਕਾਰਾਂ ਨੇ ਨਹੀਂ ਸੁਧਰਨਾ, ਇੱਕ ਦਿਨ 'ਚ ਆਪਾਂ ਨਹੀਂ ਸੁਧਰਨਾ। ਦੂਸਰੇ ਜਿਹੜਾ ਪੜਾਅ ਮੈਨੂੰ ਲੱਗਦਾ, ਉਹ ਲੱਗਦਾ ਕਿ ਅੱਜ ਜਿਹੜੇ ਮਸਲੇ ਨੇ ਇਸ ਪਿੰਡ 'ਚ ਇਕੱਠੇ ਹੋਏ ਆ। ਸੋ ਇਹੀ ਜਿਹੀ ਸਥਿਤੀ ਇਲਾਕੇ ਦੇ ਸਾਰੇ ਪਿੰਡਾਂ ਦੀ ਆ। ਪੰਜਾਬ ਦੇ ਲੁਧਿਆਣੇ ਤੋਂ ਇੱਧਰ ਨੂੰ ਜਿੱਧਰ ਨੂੰ ਵੀ ਪਾਣੀ ਆਉਂਦਾ, ਉਹ ਚਾਹੇ ਰਾਜਸਥਾਨ ਤੱਕ ਚਲੇ ਜਾਓ, ਹਰੇਕ ਪਿੰਡ ਦੀ ਆਹੀ ਕਹਾਣੀ, ਆਹੀ ਦਾਸਤਾਨ ਆ। ਸੋ ਅੱਜ ਜੇਕਰ ਇਸ ਪਿੰਡ 'ਚ ਬੈਠੇ ਆ ਤਾਂ ਇਸ ਪਿੰਡ ਦੀ ਕੋਈ ਆਪਾਂ ਉਲੀਕ ਕੇ ਉੱਠੀਏ ਕਿ ਅੱਜ ਇਬਾਰਤ ਲਿਖੀ ਜਾਵੇ ਕਿ ਭਾਈ ਧਰਾਂਗ ਪਿੰਡ ਜਿਹੜੇ 'ਚ ਅੱਜ ਆਪਾਂ ਇਸ ਲਈ ਆਏ ਆ ਕਿ ਭਾਈ ਇੱਥੇ ਦੇ ਬੱਚੇ ਬਿਮਾਰ ਪੈਦਾ ਹੋ ਰਹੇ ਨੇ, ਇੱਥੇ ਕੈਂਸਰ ਆ, ਇੱਥੇ ਬਿਮਾਰੀਆਂ ਨੇ। ਇੱਕ ਤੈਅ ਕਰ ਲਈਏ ਕਿ ਅੱਜ ਤੋਂ ਆਹ ਪ੍ਰੋਗਰਾਮ ਹੋਊਗਾ ਤੇ ਅਗਲੇ 6 ਮਹੀਨੇ ਬਾਅਦ ਆਹੀ ਮੀਡੀਆ, ਆਹੀ ਆਪਾਂ, ਆਹੀ ਆਲੇ ਦੁਆਲੇ ਦੇ ਲੋਕ ਇਹ ਦੇਖਣ ਆਉਣ ਕਿ ਜੇ ਧਰਾਂਗ ਸ਼ੁੱਧ ਹੋ ਸਕਦਾ ਤਾਂ ਸਾਡੇ ਪਿੰਡ ਦਾ ਪਾਣੀ ਸ਼ੁੱਧ ਕਿਉਂ ਨਹੀਂ ਹੋ ਸਕਦਾ। ਇੱਥੇ ਚਾਹੇ ਛੱਪੜਾਂ ਦੀ ਗੱਲ ਆਵੇ, ਚਾਹੇ ਨਹਿਰਾਂ ਦੀ ਗੱਲ ਆਵੇ, ਚਾਹੇ ਟ੍ਰੀਟਮੈਂਟ ਦੀ ਗੱਲ ਆਵੇ,
ਕੱਲੀਆਂ ਗੱਲਾਂ ਨਹੀਂ, ਜਿੰਨੇ ਜੋਗੇ ਹੈਗੇ ਆ ਜੇਬ ਚੋਂ ਉਹਦੇ ਲਈ ਵੀ ਤਿਆਰ ਆ। ਇੱਕ ਮਾਡਲ ਬਣਾਓ ਗੁਰਪ੍ਰੀਤ ਜੀ, ਚਾਹੇ ਉਹ ਦਿੱਲੀ ਵਾਲਾ ਦੇਖ ਕੇ ਆਉਣਾ, ਚਾਹੇ ਬਾਬੇ ਸਿੰਚਾਲ ਵਾਲਾ ਦੇਖਣਾ, ਜਾਂ ਕਿਸੇ ਹੋਰ ਫਾਰਮੂਲੇ ਤੇ ਕੰਮ ਕਰਨਾ। ਅੱਜ ਕੁਝ ਕਰਕੇ ਮਿੱਥ ਕੇ ਉੱਠਿਓ, ਗੁਰੂ ਦੀ ਹਾਜ਼ਰੀ 'ਚ ਬੈਠੇ ਆ, ਭੱਜਾਂਗੇ ਨਹੀਂ। ਘੱਟੋ ਘੱਟ ਪਿੰਡ ਨੂੰ ਮਾਡਲ ਪਿੰਡ ਬਣਾ ਲਈਏ ਕਿ ਪੰਜਾਬ ਨੂੰ ਪਤਾ ਲੱਗ ਜਾਵੇ ਕਿ ਸ਼ੁੱਧ ਪਾਣੀ ਹੋ ਸਕਦਾ। ਇੰਨੀਆਂ ਬੇਨਤੀਆਂ ਕਰਦੇ ਆ। ਅਰਦਾਸ ਕਰੂੰਗਾ ਗੁਰੂ ਮੇਰੇ ਕਿ ਵਾਹਿਗੁਰੂ ਸਮੱਤ ਬਖਸ਼ੀ, ਹਿੰਮਤ ਬਖਸ਼ੀ। ਜੇ ਦਿੱਲੀ ਵਾਲੀ ਸਰਕਾਰ ਨੂੰ ਝੁਕਾ ਸਕਦੇ ਆ ਤਾਂ ਆਪਾਂ ਆਪਣੇ ਮਸਲੇ ਵੀ ਹੱਲ ਕਰ ਸਕਦੇ ਆ, ਆਪਣੀ ਸਰਕਾਰ ਨੂੰ ਵੀ ਪੁੱਛ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿੱਦਾਂ ਪਾਣੀਆਂ ਦੀ ਗੱਲ ਹੋ ਰਹੀ ਹੈ, ਇੱਥੇ ਪਿੰਡ ਨੇ ਇੱਕ ਤੇਜਾ ਰਹਿਲਾ ਫੈਜ਼ਲਕਾ ਦੇ ਵਿੱਚ ਪੈਂਦੇ ਨੇ ਕਈ ਪਿੰਡ ਇਸ ਤਰ੍ਹਾਂ ਦੇ। 2011 ਦੇ ਵਿੱਚ ਜਿਹੜੇ ਅੱਜ ਦੇ ਮੁੱਖ ਮੰਤਰੀ ਉਸ ਟਾਈਮ ਤੇ ਉਹ ਭਗਵੰਤ ਮਾਨ ਹੁੰਦੇ ਸੀਗੇ, 2011 ਦੇ ਵਿੱਚ ਅਸੀਂ ਮਾਨ ਸਾਹਿਬ ਨੇ ਉੱਥੇ ਕੋਈ ਪ੍ਰੋਗਰਾਮ ਰੱਖਿਆ ਸੀਗਾ, ਜਿਹਦੇ 'ਚੋਂ ਅਸੀਂ ਵੀ ਬਹੁਤ ਵੱਡੀ ਟੀਮ ਇੱਕ ਦੇਸ਼ ਹਸਪੀਟਲ ਤੋਂ ਲੈ ਕੇ ਗਏ ਸੀਗੇ। ਉਹਨਾਂ ਦੇ ਬੱਚਿਆਂ ਦੇ ਸਾਰਿਆਂ ਦੇ ਟੈਸਟ ਕਰਾਏ। ਜਿਹੜੀਆਂ ਵੀ ਗੱਲਾਂ ਅੱਜ ਗੁਰਪ੍ਰੀਤ ਜੀ ਨੇ ਕੀਤੀਆਂ, 1.5 ਸਾਲ ਦੇ 6 ਮਹੀਨਿਆਂ ਦੇ ਮਤਲਬ ਕਿ ਬੱਚੇ, ਉਹ ਸਾਰਾ ਕੁਝ ਉੱਥੇ ਹੋਇਆ। ਅੱਜ ਦੇ ਮੁੱਖ ਮੰਤਰੀ ਨੇ ਵੀ ਕੀਤਾ, ਉਹ ਮੁੱਖ ਮੰਤਰੀ ਵੀ ਬਣ ਗਏ, ਲੇਕਿਨ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਉਹ ਉੱਥੇ ਨਹੀਂ। ਮੈਂ ਇਸ ਮਹਿਕ ਦੀ ਪਹਿਲਾਂ ਮਹੱਤਤਾ ਥੋੜ੍ਹੀ ਜਿਹੀ ਦੱਸਦਾ। ਇਸ ਮਹਿਕ ਦਾ ਮਤਲਬ ਹੈ ਮੈਸੇਜ ਕਨਵੇ ਕਰਨਾ, ਔਰ ਮੈਸੇਜ ਇੱਕ ਸੱਚਾ ਮੈਸੇਜ ਕਨਵੇ ਕਰਨਾ। ਮੈਂ ਜੋ ਇਸ ਮਹਿਕ ਤੇ ਬੋਲ ਰਿਹਾ ਉਹ ਤੁਸੀਂ ਇਹ ਸਮਝ ਲਓ ਉਹ ਇੱਕ ਐਵੀਡੈਂਸ ਹੈ। ਦੋਸਤੋ, ਜਿੱਦਾਂ ਆਪਾਂ ਆਪਣਾ ਕੁਝ ਸੁਧਾਰ ਸਕਦੇ ਹਾਂ, ਆਪਾਂ ਨੂੰ ਪਹਿਲਾਂ ਖੁਦ ਤੋਂ ਸ਼ੁਰੂ ਕਰਨਾ ਪੈਂਦਾ। ਮੈਨੂੰ ਬਹੁਤ ਵਧੀਆ ਲੱਗੀ ਦੀਪਕ ਸ਼ਰਮਾ ਜੀ ਦੀ ਇਹ ਗੱਲ ਕੀ ਕਹਿੰਦੇ, ਆਪਾਂ ਕੁਛ ਇੱਥੋਂ ਮਿੱਥ ਕੇ ਬੜੀ ਅੱਛੀ ਗੱਲ ਲੱਗੀ ਮੈਨੂੰ ਇਹਨਾਂ ਦੀ, ਕਿਉਂਕਿ ਕੁਝ ਕੱਲੀਆਂ ਗੱਲਾਂ ਨਾਲ ਕੁਝ ਨਹੀਂ ਬਣਦਾ ਗਾ, ਕੁਝ ਕਰਕੇ ਦਿਖਾਉਣ ਨਾਲ ਬਣਦਾ ਹੈ। ਜਿੱਦਾਂ ਆਪਾਂ ਆਪ ਕੁਝ ਸੁਧਾਰਨਾ ਚਾਹੀਦਾ ਹੀ ਆਪਾਂ ਨੂੰ। ਮੇਰਾ ਇੱਥੋਂ ਕੋਈ ਬਹੁਤੀ ਦੂਰ ਪਿੰਡ ਨਹੀਂਗਾ, ਮੇਰਾ ਪਿੰਡ ਹੈ ਭਾਈ ਮੂਚ, ਤੇ ਮੇਰੇ ਆਪਣੇ ਘਰ ਦੇ ਵਿੱਚ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਮੈਂ ਐਫੀਡੇਵਿਟ ਹੈ ਜੋ ਮੈਂ ਇੱਥੇ ਬੋਲ ਰਿਹਾ, ਮੇਰੇ ਆਪਣੇ ਘਰ ਦੇ ਵਿੱਚ 200 ਦਰਖਤ ਲੱਗੇ। ਬੋਰ ਤੋਂ ਲੈ ਕੇ ਹਰ ਦਰਖਤ ਮੇਰੇ ਘਰ ਦੇ ਵਿੱਚ ਲੱਗਿਆ। ਜੇ ਤੁਸੀਂ ਹੁਣੇ ਚੱਲ ਕੇ ਜਾ ਕੇ ਗਿਣੋਗੇ ਤਾਂ 201 ਹੋ ਸਕਦਾ, ਇੱਕ ਸੁਨੜੇ ਵੀ ਨਹੀਂ ਗਏ ਸਨ। ਇੱਕ ਗੱਲ। ਦੂਜੀ ਗੱਲ, ਮੇਰੇ ਕੋਲੇ ਕੋਈ ਬਹੁਤ ਵੱਡੀ ਜਾਇਦਾਦ ਨਹੀਂ ਗੀ, ਪਰ ਉਹਦੇ ਬਾਵਜੂਦ ਵੀ ਮੇਰੇ ਖੇਤ ਦੇ ਵਿੱਚ ਦਰਖਤ ਲੱਗੇ ਆ। ਗਿਣਤੀ 'ਚ ਨਹੀਂ, 5 ਜਾਂ 10 'ਚ ਨਹੀਂ। ਜੇ ਉਹਨਾਂ ਦੀ ਗਿਣਤੀ ਸ਼ੁਰੂ ਕਰਾਂਗੇ ਤਾਂ ਉਹਨਾਂ ਦੀ ਸ਼ੁਰੂਆਤੀ ਗਿਣਤੀ ਏਕੜਾਂ ਤੋਂ ਹੋ ਸਕਦੀ। ਸੋ ਦੋਸਤੋ, ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਬੇਨਤੀ ਕਰਦਾ ਕਿ ਆਪਣੇ ਘਰ ਦੇ ਵਿੱਚ ਜੋ ਆਪਾਂ ਕਰ ਸਕਦੇ ਹਾਂ, ਜਿੱਦਾਂ ਜਿਹੜਾ ਹੋਰ ਦਾ ਮੀਡੀਆ ਇਹ ਮੈਨੂੰ ਢਿੱਲੋਂ ਸਾਹਿਬ ਬੈਠੇ ਨੇ ਪਿੱਛੇ, ਸਾਰਾ ਮੀਡੀਆ ਇਹ ਮੈਨੂੰ ਜਾਣਦਾ ਹੈ, ਕਿਉਂਕਿ ਮੈਂ ਬੜਾ ਲੰਬਾ ਟਾਈਮ ਮਤਲਬ ਕਿ ਜਿਹੜੇ ਬਲੈਂਕ ਚੈੱਕ ਕਿਸਾਨਾਂ ਤੋਂ ਬੈਂਕਾਂ ਵਾਲੇ ਲੈ ਲੈਂਦੇ ਆ, ਉਹ ਇਸ ਪਿੰਡ ਦੇ ਧਰਾਂਗ ਵਾਲੇ ਪਿੰਡ ਦੇ ਵੀ ਮਤਲਬ ਕਿ ਚੈੱਕ ਵਾਪਸ ਕਰਾ ਕੇ ਗਏ ਆ। ਤੁਸੀਂ ਟੂਰਨਾਮੈਂਟ ਵੀ ਕਰਵਾਉਂਦੇ ਰਹੇ ਆ, ਤੁਹਾਡੇ ਟੂਰਨਾਮੈਂਟਾਂ ਤੇ ਵੀ ਆਉਂਦੇ ਰਹੇ ਆ। ਉਦੋਂ ਵੀ ਮੈਂ ਆਹੀ ਗੱਲ ਮੈਚ ਤੇ ਆ ਕੇ ਤੁਹਾਡੇ ਜਿਹੜਾ ਬਾਹਰ ਸਕੂਲ ਦੇ ਪਰਲੇ ਪਾਸੇ ਉਹ ਹੈਗਾ ਸਟੇਡੀਅਮ ਸਕੂਲ ਦੀ ਬੈਕ ਸਾਈਡ ਤੇ ਸੰਗਤ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਉਣਾ ਹੈ। ਮਹਾਰਾਜ ਮੀਡੀਆ ਦੇ ਪਿੱਛੇ ਅੱਖਾਂ 'ਚ ਪਾ ਕੇ ਗੱਲ ਬੜੀ ਵਧੀਆ ਹੁੰਦੀ ਹੈ। ਤਾਂ ਫਤਿਹ ਦਾ ਜਵਾਬ ਜ਼ਰਾ ਗੱਜ ਵੱਜ ਕੇ ਦਿਓ ਜੇ, ਫਿਰ ਕੁਝ ਗੱਲਾਂ ਵੀ ਆਪਾਂ ਦਿਲ ਦੀਆਂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਂਦੇ ਆ ਨਾ ਕਿ ਬੰਦੇ ਦਾ ਜੇ ਪਤਾ ਕਰਾਉਣਾ ਹੋਵੇ ਤਾਂ ਉਹਦੇ ਘਰ ਤੋਂ ਤੇ ਉਹਦੇ ਪਿੰਡ ਤੋਂ ਸ਼ੁਰੂ ਕਰੋ ਕਿ ਉਹ ਕਿੰਨੇ ਕੁ ਪਾਣੀ 'ਚ ਹੈ। ਕਈ ਵਾਰੀ ਬਾਹਰ ਤਸਵੀਰਾਂ ਹੋਰ ਹੁੰਦੀਆਂ ਨੇ ਕਿ ਬਈ ਇਹ ਤਾਂ ਕਮਾਲ ਹੈ, ਇਹ ਤਾਂ ਆ ਹੈ। ਉੱਥੋਂ ਪਤਾ ਲੱਗਦਾ ਕਿ ਉਹਦੇ ਬਾਪ ਦਾਦੇ ਨੇ ਉਹਨੇ ਕੋਈ ਘਾਲਣਾ ਘਾਲੀ ਹੈ ਜਾਂ ਚੰਦ ਚਾੜੇ ਨੇ। ਸੋ ਵਾਤਾਵਰਣ ਦੀ ਗੱਲ ਨੂੰ ਲੈ ਕੇ ਵੀ ਮੈਂ ਪਹਿਲਾਂ ਇਹ ਕਹੂੰਗਾ ਕਿ ਇੰਟਰਨੈਸ਼ਨਲੀ, ਨੈਸ਼ਨਲੀ, ਪੰਜਾਬ ਲਈ, ਡਿਸਟ੍ਰਿਕਟ ਲਈ, ਉਸ ਤੋਂ ਵੀ ਪਹਿਲਾਂ ਜ਼ਰੂਰੀ ਆ ਆਪਦੇ ਪਿੰਡ ਲਈ ਤੇ ਫਿਰ ਆਪਦੇ ਘਰ ਲਈ ਆਪਾਂ ਕਰ ਕੀ ਰਹੇ ਹਾਂ। ਕਿ ਸਾਰਾ ਦੋਸ਼ ਸਰਕਾਰਾਂ ਦਾ ਹੈ, ਕੁਦਰਤ ਦਾ ਹੈ। ਬਲੀਵ ਕਰਿਓ ਜੇ ਆਪਦੀ ਪੀੜ੍ਹੀ ਥੱਲੇ ਸੋਟਾ ਔਖਾ ਹੁੰਦਾ ਹੈ, ਆਪਾਂ ਸਭ ਤੋਂ ਵੱਡੇ ਦੋਸ਼ੀ ਹਾਂ। ਆਪਦੇ ਆਪ ਨੂੰ ਸੁਧਾਰ ਲਈਏ, ਸਮਝੋ 50 ਨਹੀਂ 70% ਮਸਲਾ ਆਪਾਂ ਹੱਲ ਕਰ ਲਾਂਗੇ। ਆ ਬੀਬੀਆਂ ਬੈਠੀਆਂ ਨੇ, ਮੈਂ ਇਹਨਾਂ ਨੂੰ ਵੀ ਕਹੂੰਗਾ, ਕਿਉਂਕਿ ਘਰਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਹੈ ਤੇ ਬੰਦਿਆਂ ਨੂੰ ਸਹੀ ਪਾਸੇ ਪਾਉਣ ਦੀ ਵੀ ਹੋ ਜਾਂਦੀ ਹੈ।
ਆਪਾਂ ਕਰ ਕੀ ਰਹੇ ਹਾਂ? ਮੈਂ ਅਜੇ ਆ ਤੁਹਾਡੀ ਸੜਕ ਤੇ ਆ ਰਿਹਾ ਸੀ, ਮੈਨੂੰ ਕਿੱਕਰਾਂ ਦਿਸ ਗਈਆਂ। ਸਾਡੇ ਵਾਲੇ ਪਾਸੇ ਚੰਦਬਾਜ਼ੀਆਂ ਜੀ ਗਵਾਹ ਨੇ, ਸਾਡੇ ਤਾਂ ਖੇਤ ਹੀ ਰੋਡੇ ਕਰਤੀ, ਸੜਕਾਂ ਹੀ ਰੋਡੀਆਂ ਕਰਤੀਆਂ, ਦਰਖਤ ਛੱਡਿਆ ਹੀ ਕੋਈ ਨਹੀਂ। ਆਪਾਂ ਕੀ ਕਰ ਰਹੇ ਹਾਂ ਕੁਦਰਤ ਨਾਲ? ਆਪਾਂ ਕਹਿ ਰਹੇ ਹਾਂ ਕਿ ਛੋਟੀ ਜੀ ਗੱਲ ਕਰਦੇ ਆ ਨਾ, ਮੈਥੋਂ ਪਾਪ ਨਾ ਹੋ ਜੇ। ਆ ਜੈਨ ਤੇ ਖਾਸ ਕਰ ਜੈਨ ਧਰਮ ਚ ਹੈ ਨੰਗੇ ਪੈਰ ਚੱਲੋ, ਮੂੰਹ ਤੇ ਵੀ ਮਾਸਕ ਬੰਨ ਲਓ, ਕੋਈ ਜਿਹੜੇ ਆ ਛੋਟੇ ਛੋਟੇ ਆਪਾਂ ਨੂੰ ਨਜ਼ਰ ਆਉਂਦੇ ਆ ਇਹ ਵੀ ਮਰ ਨਾ ਜਾਣ। ਓਏ ਅਸੀਂ ਕੀ ਕਤਲ ਨਹੀਂ ਕਰ ਰਹੇ? ਅਸੀਂ ਮੱਛੀਆਂ ਤੱਕ ਨਹੀਂ ਛੱਡੀਆਂ, ਡੱਡੂ ਤੱਕ ਨਹੀਂ ਛੱਡੇ, ਆਪਦੇ ਬੱਚੇ ਨਹੀਂ ਛੱਡੇ। ਇਹ ਕਰ ਰਹੇ ਆ ਆਪਾਂ ਕਰਤੂਤ। ਕਿਹੜੇ ਪਾਪਾਂ ਦੀ ਗੱਲ ਕਰਦੇ ਆ ਯਾਰ? ਕਿਹੜੇ ਮੁੱਦਿਆਂ ਦੀ ਗੱਲ ਕਰਦੇ ਆ ਜਦੋਂ ਸਾਡੇ ਪੀਣ ਵਾਲਾ ਪਾਣੀ ਸਹੀ ਹੈ ਨਹੀਂ? ਜਿਹੜੇ ਬੱਚਿਆਂ ਨੂੰ ਛੱਡ ਕੇ ਜਾਵਾਂਗੇ ਧਰਤੀ ਪਾਣੀ, ਉਹ ਕੀ ਹੈ? ਤੇ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀ ਛੱਡਿਆ ਸੀ? ਜ਼ਰਾ ਇਹਦੇ ਤੇ ਨਜ਼ਰਸਾਨੀ ਕਰ ਲਿਓ ਜੀ। ਤਰੱਕੀ ਤਰੁੱਕੀ ਕੁਛ ਨਹੀਂ ਹੁੰਦੀਗੀ, ਇਹ ਵਹਿਮ ਹੈ। ਮੈਂ ਦੁਨੀਆ ਸਾਰੀ ਘੁੰਮਿਆ, ਮੈਂ ਤੁਹਾਨੂੰ ਇੱਕ ਵਹਿਮ ਕੱਢ ਦਿਆਂ, ਇਹ ਕੈਨੇਡਾ ਅਮਰੀਕਾ ਇੱਥੋਂ ਕਹਿ ਕੇ ਸੋਹਣੇ ਲੱਗਦੇ ਨੇ ਕਿ ਬੜੀ ਵਧੀਆ ਦੇਸ਼ ਹੈ। ਮੈਂ ਆਪਦੀ ਤੁਹਾਨੂੰ ਯਾਦ ਕਰਕੇ ਨਾ, ਜਦੋਂ ਮੈਂ ਬਚਪਨ 'ਚ ਪਿੰਡ ਖੇਡਿਆ ਆਪਦੇ, ਉਹੋ ਜਿਹਾ ਬਚਪਨ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕਿਸੇ ਬੱਚੇ ਦਾ ਨਹੀਂਗਾ। ਤੇ ਅਸੀਂ ਉਹੀ ਬਚਪਨ, ਉਹੀ ਖੇਡਾਂ, ਉਹੀ ਵਾਤਾਵਰਨ, ਉਹੀ ਪਾਣੀ ਕਿੱਲ ਕਰਤਾ, ਜ਼ਹਿਰ ਬਣਾਤਾ। ਹਰ ਪਿੰਡ 'ਚ ਇੱਕ ਅੱਧਾ ਨਲਕਾ ਹੁੰਦਾ ਸੀ, ਸਾਡੇ ਪਿੰਡ ਵੀ ਅਸੀਂ ਉਹਨੂੰ ਗੁਰੇ ਕਾ ਨਲਕਾ ਆਂਦੇ ਹੁੰਦੇ ਸੀ। ਉਸ ਨਲਕੇ ਤੋਂ ਪਾਣੀ ਆ ਜਾਂਦਾ ਸੀ ਤੇ ਡੰਡ ਮਾਰ ਲਓ, ਉਹੀ ਪਾਣੀ ਪੀ ਕੇ ਸਿਹਤ ਬਣਦੀ ਸੀ। ਤੇ ਹੁਣ ਪਾਣੀ ਪੀ ਲਓ, ਕੈਂਸਰ ਹੁੰਦਾ ਹੈ। 40 ਬੱਚੇ ਯਾਰ ਮੰਦ ਬੁੱਧੀ ਹੋਣ ਜਾਂ ਕਹਿ ਲਓ ਉਹਨਾਂ ਦੀ ਮੈਂਟਲ ਪ੍ਰੋਬਲਮ ਹੋਵੇ, ਉਹ ਤੁਹਾਡੇ ਪਿੰਡ 'ਚ ਨੇ। 40 ਬੱਚੇ। ਪਹਿਲਾਂ ਇੱਕ ਅੱਧਾ ਕੋਈ ਕਿਸੇ ਪਿੰਡ 'ਚ ਹੁੰਦਾ ਸੀ ਇਸ ਤਰ੍ਹਾਂ ਦਾ ਬੰਦਾ, ਉਹ ਵੀ ਆਪਾਂ ਕਹਿ ਦਿੰਦੇ ਹੁੰਦੇ ਸੀ ਸਿੱਧਰਾ ਹੈ, ਮਾੜਾ ਮੋਟਾ ਜਿਹਾ ਹੈ, ਵਿੱਚ ਵਿਚਾਲਾ ਜਿਹਾ ਹੈ। ਕੋਈ ਇਸ ਤੋਂ ਜ਼ਿਆਦਾ ਅਲਾਰਮਿੰਗ ਕੀ ਹੋਊਗਾ? ਆ ਹੈਪੀ ਹੋਰਾਂ ਨੇ ਹੁਣੇ ਕਿਹਾ ਕਿ ਭਗਵੰਤ ਮਾਨ ਹੁਣੀ ਉਦੋਂ ਬਣੇ ਨਹੀਂ ਸੀਗੇ। ਗਵਰਨਮੈਂਟ ਲੈਵਲ ਤੇ ਮੈਂ ਇੱਕ ਹੀ ਗੱਲ ਕਹੂੰਗਾ ਕਿ ਜਦੋਂ ਇਹ ਆਪੋਜੀਸ਼ਨ 'ਚ ਹੁੰਦੇ ਨੇ ਨਾ, ਇਹ ਕੁਝ ਵੀ ਆਂਦੇ ਨੇ, ਤੇ ਕਦੋਂ ਗਵਰਨਮੈਂਟ 'ਚ ਆ ਜਾਂਦੇ ਨੇ ਕੁਝ ਵੀ ਨਹੀਂ ਕਰਦੇ। ਪਰ ਕੀ ਇਹਦੇ ਲਈ ਅਸੀਂ ਦੋਸ਼ੀ ਨਹੀਂ ਗਏ? ਕੀ ਤੁਹਾਡਾ ਐਮਐਲਏ ਜਦੋਂ ਆਉਂਦਾ ਹੈ, ਜਦੋਂ ਕੋਈ ਵੀ ਉਹਦੇ ਨਾਲ ਵਾਲੇ ਖੱਬੇ ਸੱਜੇ ਹੁੰਦੇ ਫਿਰਦੇ ਹੁੰਦੇ ਆ, ਕਦੇ ਤੁਸੀਂ ਉਹਨੂੰ ਪੁੱਛਿਆ ਕਿ ਆ ਸਾਡੇ ਨਹਿਰ ਲੰਘਦੀ ਹੈ ਕੋਲ ਦੀ, ਕਿਉਂਕਿ ਜ਼ਮੀਨ ਦਾ ਥਲੜਾ ਪਾਣੀ ਚੰਗਾ ਨਹੀਂ, ਇਹ ਤਾਂ ਚਲੋ ਕੁਦਰਤ ਦੀ ਦੇਣ ਹੈ। ਕੀ ਉਹ ਨਹਿਰ ਬੈਟਰ ਨਹੀਂ ਹੋ ਸਕਦੀ? ਤੇ ਜੇ ਨਹਿਰ ਵੀ ਬੈਟਰ ਨਹੀਂ ਤਾਂ ਅਸੀਂ ਮੀਂਹ ਵਾਲਾ ਪਾਣੀ ਇਕੱਠਾ ਨਹੀਂ ਕਰ ਸਕਦੇ? ਆ ਛੱਪੜ ਪਿਆ ਤੁਹਾਡੇ ਨਾਲ, ਹਰਾ ਤੇ ਕਾਲਾ ਹੋਇਆ ਪਿਆ, ਕੀ ਇਹਦੇ ਵਿੱਚ ਹੀ ਅਸੀਂ ਪਾਣੀ ਜਮਾ ਨਹੀਂ ਕਰ ਸਕਦੇ? ਜੋ ਵੀ ਉਹਦੇ ਕੰਮ ਹੁੰਦੇ ਨੇ ਉਹ ਨਹੀਂ ਕਰਵਾ ਸਕਦੇ? ਪਿੰਡ ਵਾਲੇ ਥੋੜਾ ਜਿਹਾ ਹਿੱਸਾ ਪਾਉਣ, ਬਾਕੀ ਆਪਦੇ ਐਮਐਲਏ ਨੂੰ ਕਹਿ ਕੇ ਗਵਰਨਮੈਂਟ ਤੋਂ ਪਾਉਣ। ਬਹੁਤ ਸਾਰੇ ਮਾਮਲੇ ਤਾਂ ਸਬਸਿਡੀਆਂ ਵੀ ਹੈਗੀਆਂ ਨੇ। ਰਾਜਸਥਾਨ ਦੇ ਗਏ ਗੁਜ਼ਰੇ ਪਿੰਡ ਜਿਹੜੇ ਕਿ ਬਹੁਤ ਗਰੀਬ ਨੇ, ਹਰ ਪਿੰਡ 'ਚ ਇਹ ਕੀਤਾ ਹੋਇਆ। ਗੁਜਰਾਤ 'ਚ ਕੀਤਾ ਹੋਇਆ, ਮਹਾਰਾਸ਼ਟਰ, ਮੈਂ ਗਿਆ ਉੱਥੋਂ ਦੇ ਪਿੰਡਾਂ 'ਚ, ਉੱਥੇ ਪਾਣੀ ਹੈ ਨਹੀਂ ਥੱਲੇ। ਕੁਦਰਤ ਦੀ ਕਰੋਪੀ ਹੈ ਇਹਨੂੰ ਆਂਦੇ ਆ, ਪਾਣੀ ਹੈ ਨਹੀਂ। ਔਰ ਬੜੇ ਦੇਸ਼ਾਂ 'ਚ ਵੀ ਜਿੱਥੇ ਅਸੀਂ ਭੱਜ ਜਾ ਰਹੇ ਹਾਂ, ਆਸਟ੍ਰੇਲੀਆ, ਜੇ ਗੱਡੀ ਧੋ ਲੋ ਨਾ ਕੇਸ ਹੋ ਜਾਂਦਾ ਤੁਹਾਡੇ ਤੇ, ਪਾਣੀ ਹੈ ਨਹੀਂ ਥੱਲੇ। ਤੇ ਸਾਡੇ ਅਸੀਂ ਕੀ ਕਰਤਾ? ਤੇ ਕੀ ਅਸੀਂ ਉਹੋ ਜੀ ਜਗ੍ਹਾ ਜਿੱਥੇ ਪਾਣੀ ਇਕੱਠਾ ਕੀਤਾ ਜਾ ਸਕੇ ਬਣਾ ਨਹੀਂ ਸਕਦੇ? ਆਪ ਅਸੀਂ ਰੈਡੀ ਨਹੀਂ, ਪਰ ਘਰ ਪਾ ਦਿਓ ਤੁਸੀਂ ਇੰਨੇ ਪੈਸੇ, ਤੇ ਉਹਦੇ ਵਿੱਚ ਹੀ ਅਸੀਂ ਸ਼ਾਮਲ ਕਰ ਲਈਏ ਗਵਰਨਮੈਂਟ ਦੇ ਪੈਸੇ। ਕੀ ਇਹ ਨਹੀਂ ਕਰ ਸਕਦੇ? ਕਦੇ ਇਹਦੇ ਬਾਰੇ ਸੋਚਿਆ? ਕਿਤੇ ਆਪਦੇ ਪਿੰਡ 'ਚ ਆਪਦੀ ਪੰਚਾਇਤ ਨੂੰ ਪੁੱਛਿਆ? ਕਿਤੇ ਗ੍ਰਾਮ ਸਭਾ ਵੱਲੋਂ ਇਕੱਠੇ ਹੋ ਕੇ ਮਤਾ ਪਾਇਆ? ਜੇ ਨਹੀਂ ਪਾਇਆ ਮੇਰੇ ਦੋਸਤੋ ਤਾਂ ਪਾਓ। ਸਾਰਾ ਕੁਝ ਹੁਣ ਪਹਿਲਾਂ ਬਾਦਲ ਜੀ, ਫਿਰ ਅਮਰਿੰਦਰ ਆ ਗਿਆ, ਹੁਣ ਭਗਵੰਤ ਆ ਗਿਆ। ਇਹਨਾਂ ਤੇ ਦੋਸ਼ ਦੇਣ ਨਾਲ ਕੁਝ ਨਹੀਂ ਹੋਣਾ। ਇਹ ਲੀਡਰ ਉਹੋ ਜਿਹੇ ਹੁੰਦੇ ਨੇ ਜਿਹੋ ਜਿਹੇ ਲੋਕ ਹੁੰਦੇ ਨੇ। ਇਹ ਡਿਮਾਂਡ ਤੇ ਸਪਲਾਈ ਦਾ ਜ਼ਮਾਨਾ ਹੈ। ਡਿਮਾਂਡ ਵੀ ਜਿਹੋ ਜੀ ਆਪਾਂ ਮੰਗ ਕਰਾਂਗੇ ਉਹੋ ਜਿਹੇ ਬਣ ਜਾਣਗੇ। ਜਦੋਂ ਅਸੀਂ ਆਪਦੇ ਪਿੰਡ ਆਏ ਹੋਏ ਬੰਦੇ ਨੂੰ ਇਹ ਨਹੀਂ ਕਵਾਂਗੇ ਕਿ ਫਲਾਣੇ ਤੇ ਕੇਸ ਬਣਾਉਣਾ ਹੈ ਜਾਂ ਮੇਰੀ ਇੱਕ ਸਿਫਾਰਿਸ਼ ਕਰ ਦੇ, ਜਦੋਂ ਅਸੀਂ ਉਹਨੂੰ ਇਹ ਕਵਾਂਗੇ ਕਿ ਸਾਡੇ ਪਿੰਡ ਦਾ ਪਾਣੀ ਦਾ ਦੱਸ ਤੂੰ ਕੀ ਕਰੇਗਾ। ਵਾਟਰ ਵਰਕਸ ਬਣਿਆ ਹੋਇਆ, ਮੈਨੂੰ ਬਾਈ ਜੀ ਨੇ ਦੱਸਿਆ ਤੁਹਾਡੇ ਪਿੰਡ 3 ਕਰੋੜ ਲੱਗਿਆ। ਕਿੱਧਰ ਗਿਆ ਉਹ 3 ਕਰੋੜ? ਵਾਟਰ ਵਰਕਸ ਤਾਂ ਬਣ ਗਿਆ, ਉਹ ਚ ਪਾਣੀ ਕਿੱਥੋਂ ਜਾਊਗਾ? ਇਹਦੇ ਤੇ ਵੀ ਲਵਾ ਲਓ ਥੋੜਾ ਜਿਹਾ।
4000 ਵੋਟ ਹੈ ਤੁਹਾਡੇ ਪਿੰਡ ਦੀ, ਮੈਨੂੰ ਦੱਸਿਆ ਇਹਨਾਂ ਨੇ 4000 ਐਮਐਲਏ ਬਣ ਜਾਂਦਾ ਹੈ। ਛੋਟਾ ਜਿਹਾ ਪਿੰਡ ਹੋਵੇ, ਮੈਂ ਹੁਣ ਉਹ ਬੰਦਿਆਂ ਦਾ ਨਾਂ ਤਾਂ ਕੀ ਲੈਣਾ ਹੈ। ਇੱਕ ਸੁਪਰ ਸੀਐਮ ਹੁੰਦਾ ਸੀ ਸਾਡੇ ਅੱਜ ਤੋਂ 9-10 ਮਹੀਨੇ ਪਹਿਲਾਂ, ਉਸ ਬੰਦੇ ਨੇ, ਇੱਕ ਮੈਂ ਜਾਣਦਾ ਉਸ ਬੰਦੇ ਨੂੰ, ਉਹਦੀ ਇੱਕ ਸਿਫਾਰਿਸ਼ ਕੀਤੀ, ਡੀਸੀ ਔਰ ਐਸਐਸਪੀ ਉਹਦੇ ਘਰ ਭੱਜਿਆ ਗਿਆ ਤੇ ਅਗਲੇ ਦਿਨ ਹੀ ਉਹਨੂੰ ਵਾਪਸ ਉਹਨਾਂ ਨੇ ਰਿਪੋਰਟ ਕੀਤੀ ਕਿ ਭਾਈ ਤੁਹਾਡੇ ਬੰਦੇ ਦਾ ਕੰਮ ਨਹੀਂ ਹੋ ਸਕਦਾ। ਉਹ ਆਂਦੇ ਯਾਰ ਸੁਪਰ ਸੀਐਮ ਕਹਿ ਰਿਹਾ ਹੋਵੇ, ਡੀਸੀ ਤੇ ਐਸਐਸਪੀ ਭੱਜ ਕੇ ਉਹਦੇ ਘਰ ਗਏ ਹੋਣ, ਕੰਮ ਫੇਰ ਵੀ ਨਹੀਂ ਹੋ ਸਕਦਾ। ਉਹ ਆਂਦੇ ਜਨਾਬ ਪਿੰਡ ਇੱਕ ਪਾਸੇ ਹੈ ਤੇ ਤੁਹਾਡੇ ਵਾਲਾ ਬੰਦਾ ਇੱਕ ਪਾਸੇ ਹੈ, ਇਸ ਲਈ ਪਿੰਡ ਦੇ ਉਲਟ ਜਾ ਹੀ ਨਹੀਂ ਸਕਦੀ, ਚਾਹੇ ਗਵਰਨਮੈਂਟ ਵੀ ਹੋਵੇ। ਆ ਸ਼ਕਤੀ ਹੈ ਤੁਹਾਡੀ। ਸਿਰਫ ਇੱਕੋ ਗੱਲ ਅਸੀਂ ਆਣੇ ਹੈ, ਹਰ ਥਾਂ ਜਾ ਕੇ, ਆ ਲੱਖਾ ਬੈਠਾ ਹੈ, ਮੈਂ ਬੈਠਾ ਹੈ, ਦੀਪਕ ਜੀ ਹੋਰੀ ਹੈ, ਹੈਪੀ ਹੈ, ਜਿੰਨੇ ਅਸੀਂ ਹੈਗੇ, ਇਹ ਚੰਦਬਾਜ਼ਾ ਤਾਂ ਪਤਾ ਨਹੀਂ ਕਦੋਂ ਦੇ ਲੱਗੇ ਨੇ ਕਿ ਆਪਦੀ ਤਾਕਤ ਨੂੰ ਪਹਿਚਾਣੋ। ਡੈਮੋਕ੍ਰੈਟਿਕ ਵਰਲਡ ਦੇ ਵਿੱਚ ਜਦੋਂ ਇਕੱਠੇ ਹੁੰਦੇ ਹੋ, ਸਿਰਾਂ ਨੂੰ ਜੋੜਦੇ ਹੋ, ਤਾਂ ਉਹਦੀ ਅਹਿਮੀਅਤ ਬਹੁਤ ਵੱਧ ਜਾਂਦੀ ਹੈ। ਕੱਲਾ ਮੱਥਾ ਨਾ ਟੇਕੋ ਆ ਕੇ। ਜੇ ਗੁਰੂ ਸਾਹਿਬ ਨੇ ਸੰਗਤ ਦੀ ਪ੍ਰਥਾ ਕਹੀ ਸੀ ਤਾਂ ਸੰਗਤ ਦੀ ਪ੍ਰਥਾ ਵੀ ਆਹੀ ਹੈ। ਸੰਗਤ ਮੀਨ, ਜਦੋਂ ਸੰਗਤ ਚੋਂ ਫਰਮਾਨ ਆਉਂਦਾ, ਮੀਨ ਜਦੋਂ ਲੋਕ ਬੈਠਦੇ ਨੇ ਤਾਂ ਇੱਕ ਮੁੱਠ ਹੋ ਕੇ ਗੱਲ ਕਰਦੇ ਨੇ। ਉਹ ਯਾਰ ਉਹਨਾਂ ਜ਼ਮਾਨਿਆਂ 'ਚ ਉਹ ਗੱਲ ਕਰੀਏ, ਅਸੀਂ ਅੱਜ ਦੇ ਜ਼ਮਾਨੇ 'ਚ ਵੀ ਸੱਖਣੇ ਆ ਇਹਨਾਂ ਗੱਲਾਂ ਤੋਂ। ਮਹਾਰਾਜਾ ਇਹਦੇ ਬਾਰੇ ਸੋਚੋ। ਅਸੀਂ ਜੋ ਆਏ ਹਾਂ, ਅਸੀਂ ਸਿਰਫ ਤੁਹਾਨੂੰ ਭਾਸ਼ਣ ਦੇਣ ਨਹੀਂ ਆਏ। ਮੈਂ ਜਿਵੇਂ ਦੀਪਕ ਜੀ ਨੇ ਗੱਲ ਕੀਤੀ, ਅੱਜ ਸਾਡੀਆਂ ਭੈਣਾਂ, ਬੱਚੀਆਂ ਜਾਂ ਮੈਥੋਂ ਵੱਡੀਆਂ ਵੀ ਇਹ ਬੈਠੇ ਨੇ ਸਾਹਮਣੇ, ਤੁਸੀਂ ਬੈਠੇ ਹੋ, ਆਪਾਂ ਕੋਈ ਸੋਲੂਸ਼ਨ ਕੱਢੀਏ।